ਸੋ ਉੱਥੇ ਮੇਅਰ ਸਾਹਿਬ ਦੀ ਗੱਡੀ ਤੇ ਸੰਜੇ ਟੰਡਨ ਸਾਹਿਬ ਜੀ ਦੀ ਗੱਡੀ ਤੇ ਪਥਰਾਅ ਹੋਇਆ। ਸੋ ਕੋਲ ਲੀਡਰ ਪ੍ਰਿੰਸ ਪਡੂਲਾ ਉਹਨੇ ਇੱਕ ਮੇਰੀ ਫੋਟੋਆਂ ਕੱਢਤੀਆਂ ਵੀ ਇਹ ਤਾਂ ਕਾਂਗਰਸੀ ਗੁੰਡੇ ਨੇ, ਇਹ किसान नहीं है। इसका मतलब जनता पुरानी पार्टियों, पुराने नेताओं और पुरानी सियासत से तंग आ चुकी है। मैं भी कहना सी किसान नहीं हाँ, पर मैं कांग्रेसी गुंडा भी नहीं। सिस्टम तो खिलाफ तुसी सोचिया कि हाँ ये होना चाहिए, वो कित्थों शुरू होया? बस उस दिन मैं प्रण कर लिया सी भी हुण मैं इलैक्शन च आवांगा, अगे आवांगा और इन्हां दे खिलाफ ही लड़ांगा। एक ढाबा चलाने वाले ने भारतीय जनता पार्टी के मौजूदा मेयर को हरा दिया। ढाबा वाला हो डिफीटेड बीजेपी मेयर इन चंडीगढ़। जी हाँ, बिल्कुल आपने ठीक समझा, नन अदर दैन दमनप्रीत सिंह ऑफ आम आदमी पार्टी। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਪਿਆਰ ਭਲੀ ਸਤਿ ਸ੍ਰੀ ਅਕਾਲ। ਤੇ ਅੱਜ ਦਾ ਇੰਟਰਵਿਊ ਬਹੁਤ ਹੀ ਖਾਸ ਹੋਣ ਜਾ ਰਿਹਾ ਜੀ, ਕਿਉਂਕਿ ਸਾਡੇ ਨਾਲ ਬਣੇ ਹੁਣ ਜੀ ਦਮਨਪ੍ਰੀਤ ਜੀ, ਜਿਹੜੇ ਕਿ ਯੁਵਾ ਨੇਤਾ ਉੱਭਰ ਕੇ ਆਏ ਨੇ ਜੀ ਚੰਡੀਗੜ੍ਹ ਦੇ ਮੰਚ ਤੇ। ਔਰ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਚੰਡੀਗੜ੍ਹ ਦੇ ਇਲੈਕਸ਼ਨਸ ਹੁਣੇ ਮਿਊਨਿਸਪਲ ਕਾਰਪੋਰੇਸ਼ਨ ਦੇ ਇਲੈਕਸ਼ਨ ਹੋ ਕੇ ਹਟੇ ਨੇ। ਸਭ ਤੋਂ ਪਹਿਲਾਂ ਆਪਾਂ ਇਹਨੂੰ ਮੁਬਾਰਕਬਾਦ ਦਿੰਦੇ ਆ ਕਿ ਆਪ ਨੇ ਜਿਹੜੀ 14 ਸੀਟਾਂ ਪਹਿਲੀ ਵਾਰ ਦੇ ਵਿੱਚ ਉਹਨਾਂ ਨੇ ਹਾਸਿਲ ਕੀਤੀਆਂ, ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਹੀ ਵੱਡਾ ਮਾਈਲਸਟੋਨ ਇਹਨਾਂ ਨੇ ਤੈਅ ਕੀਤਾ ਹੈਗਾ। ਔਰ ਸਭ ਤੋਂ ਪਹਿਲਾਂ ਸਰ ਮੈਂ ਤੁਹਾਡਾ ਵੈਲਕਮ ਕਰਦਾ ਜੀ। ਥੈਂਕ ਯੂ। ਔਰ ਮੈਂ ਵੀ ਚੰਡੀਗੜ੍ਹ ਦੇ ਮੁੰਡੇ ਤੁਹਾਡਾ ਵੀ ਵੈਲਕਮ ਕਰਦਾ, ਜੋ ਕੀਮਤੀ ਸਮਾਂ ਕੱਢ ਕੇ ਤੁਸੀਂ ਸਾਡੇ ਵਿਚਾਰ ਜਾਣੋ। ਨਾਲ ਮੈਂ ਵੈਲਕਮ ਕਰਦਾ ਜੀ ਇਹਨਾਂ ਦੇ ਫਾਦਰ ਸਾਹਿਬ ਦਾ, ਰਵਿੰਦਰ ਜੀ ਨਾਗਪਾਲ ਜੀ ਦਾ। ਤੇ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਚੈਨਲ ਤੇ ਆਉਣ ਦਾ ਜੀ। ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਡੇ ਇਸ ਚੈਨਲ ਦੇ ਮਾਧਿਅਮ ਤੇ ਜੋ ਜਨਤਾ ਦੇ ਵਿਚਾਰ, ਜੋ ਤੁਹਾਡੀਆਂ ਫਰਮਾਇਸ਼ਾਂ ਲੋਕਾਂ ਦੀਆਂ ਹੈਗੀਆਂ, ਜ਼ਰੂਰ ਉਹਨਾਂ ਨੂੰ ਪੂਰਾ ਕਰਕੇ ਤੇ ਕੋਸ਼ਿਸ਼ ਕਰਾਂਗੇ ਕਿ ਜਨਤਾ ਦਾ ਵਿਸ਼ਵਾਸ ਜਿਹੜਾ ਉਹਨਾਂ ਨੇ ਸਾਡੇ ਤੇ ਬਣਾਇਆ ਉਹਨੂੰ ਪੂਰਾ ਕੀਤਾ ਜਾ ਸਕੇ। ਸਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਸਾਡੇ ਚੰਡੀਗੜ੍ਹ ਦੇ ਮੁੰਡੇ ਜਿਹੜਾ ਇਹ ਚੈਨਲ ਹੈ, ਇਸ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਸਿਰਫ ਚੰਡੀਗੜ੍ਹ ਦੇ ਮੁੱਦਿਆਂ ਬਾਰੇ। ਪਾਰਟੀ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਬੀਜੇਪੀ ਆਵੇ, ਆਮ ਆਦਮੀ ਪਾਰਟੀ ਆਵੇ, ਜਿਹੜੀ ਮਰਜ਼ੀ ਪਾਰਟੀ ਆਵੇ, ਬਟ ਅਸੀਂ ਕਿਤੇ ਨਾ ਕਿਤੇ ਗੱਲ ਕਰਾਂਗੇ ਸਿਰਫ ਚੰਡੀਗੜ੍ਹ ਦੇ ਮੁੱਦਿਆਂ ਦੇ ਬਾਰੇ। ਜਿਸ ਤਰ੍ਹਾਂ ਕਿ ਆਮ ਆਦਮੀ ਪਾਰਟੀ ਇੱਕ ਬੜੀ ਪਾਰਟੀ ਉੱਭਰ ਕੇ ਆਈ ਹੈ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਪਹਿਲੇ ਇਲੈਕਸ਼ਨ ਦੇ ਵਿੱਚ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹਾਂਗਾ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਹਮੇਸ਼ਾ ਇਹੀ ਕਹਿੰਦੀ ਆਈ ਹੈ ਕਿ ਸਾਡੇ ਜਿੰਨੇ ਵੀ ਕੰਟੈਸਟੈਂਟਸ ਹੈ ਉਹ ਆਮ ਆਦਮੀ ਹੀ ਹੈ। ਸੀਐਮ ਸਾਹਿਬ ਦੀ ਗੱਲ ਕਰਾਂ ਤੇ ਉਹ ਹਮੇਸ਼ਾ ਕਹਿੰਦੇ ਆ ਕਿ ਮੈਂ ਮੰਜੇ ਬੁਣਦਾ, ਮੈਂ ਦੌਣ ਮੁੜਦਾ, ਗੱਲ ਕਰਨਗੇ ਆਮ ਆਦਮੀ ਪਾਰਟੀ ਦੀ, ਲੇਕਿਨ ਗੱਡੀਆਂ 'ਚ ਉਹ ਘੁੰਮਦੇ ਆ, ਲੈਂਡ ਕਰੂਜ਼ਰ ਦੇ ਵਿੱਚ ਹੈਲੀਕਾਪਟਰ 'ਚ ਉੱਡ ਕੇ ਜਾਂਦੇ ਹੈਗੇ ਆ। ਅਸੀਂ ਗੱਲ ਕਰਾਂਗੇ ਤੁਹਾਡੀ, ਤੁਸੀਂ ਕਿੰਨੇ ਕਾਮ ਹੋ ਜਾਂ ਕਿੰਨੇ ਕੁ ਖਾਸ ਹੋ ਜੀ? ਸਭ ਤੋਂ ਵੱਡੀ ਗੱਲ ਹੈ ਕਿ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਵਿੱਚ ਜਿਹੜੇ ਚਿਹਰੇ ਲੈ ਕੇ ਆਈ ਹੈ ਉਹ ਸਾਰੇ ਹੀ ਆਮ ਨੇ। ਮੈਂ ਤੁਹਾਡੇ ਅੱਗੇ ਇੱਕ ਲਾਈਵ ਐਗਜ਼ਾਮਪਲ ਬੈਠਾ, ਮੇਰਾ ਕੋਈ ਪਿਛੋਕੜ ਪੋਲੀਟੀਕਲ ਬੈਕਗਰਾਊਂਡ ਨਹੀਂ ਹੈ, ਨਾ ਕੋਈ ਮੇਰੇ ਰਿਸ਼ਤੇਦਾਰ ਹੈ। ਸੋ ਮੇਰਾ ਇੱਕ ਛੋਟਾ ਜਿਹਾ ਢਾਬਾ ਸੀ, ਸਿਸਟਮ ਤੋਂ ਪਰੇਸ਼ਾਨ ਹੋਇਆ, ਸਿਸਟਮ 'ਚ ਆਉਣ ਦੀ ਸੋਚੀ। ਇਨ ਦਾ ਮੀਨਵਾਈਲ ਢਾਬੇ ਦੇ ਦੌਰਾਨ ਮੈਨੂੰ ਕਿਸਾਨੀ ਅੰਦੋਲਨ ਮੇਰੀ ਜ਼ਿੰਮੇਵਾਰੀ ਲੱਗੀ ਵੀ ਇੱਕ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ ਉਸ ਅੰਦੋਲਨ 'ਚ ਸਾਥ ਦੇਣ, ਜੇ ਅੱਜ ਆਪਾਂ ਰੋਟੀ ਖਾਣੀ ਹੈ। ਸੋ ਮੈਂ ਆਪਣੀ ਜ਼ਿੰਮੇਵਾਰੀ ਨਿਭਾਉਣ ਉੱਧਰ ਵੀ ਸਿੰਘੂ ਬਾਰਡਰ ਤੋਂ ਲੈ ਕੇ ਚੰਡੀਗੜ੍ਹ ਮਟਕਾ ਚੌਂਕ ਤੱਕ ਜ਼ਿੰਮੇਵਾਰੀ ਨਿਭਾਉਂਦੇ ਰਹੇ, ਸੇਵਾਵਾਂ ਨਿਭਾਉਂਦੇ ਰਹੇ। ਸੋ ਫਿਰ ਮੈਨੂੰ ਲੱਗ ਗਿਆ ਵੀ ਇਹ ਕਰਪਟ ਸਿਸਟਮ ਨੂੰ ਠੀਕ ਕਰਨਾ ਹੈ ਤੇ ਸਿਸਟਮ 'ਚ ਆਉਣਾ ਪੈਣਾ। ਔਰ ਮੈਨੂੰ ਆਮ ਆਦਮੀ ਪਾਰਟੀ ਇਸ ਕਰਕੇ ਚੁਣੀ ਕਿਉਂਕਿ ਇਹ ਆਮ ਲੋਕਾਂ ਦੀ ਪਾਰਟੀ। ਸਾਡੇ ਵਿੱਚ ਇੱਕ ਟੀਚਰ ਹੈ 25 ਸਾਲ ਦੀ, ਉਹ ਕੌਂਸਲਰ ਬਣੀ ਹੈ, ਯੰਗੈਸਟ ਕੌਂਸਲਰ ਆਫ ਦੀ ਚੰਡੀਗੜ੍ਹ, 25 ਸਾਲ ਦੀ ਕੁੜੀ। ਸਾਡੇ 'ਚ ਸੀਏਜ਼ ਨੇ, ਸਾਡੇ 'ਚ ਵਕੀਲ ਨੇ। ਸੋ ਸਾਡੇ ਵੀ ਸਾਰੇ ਹੀ ਆਮ ਚਿਹਰੇ ਨੇ, ਕਿਸੇ ਦਾ ਕੋਈ ਵੀ ਪਿਛਲਾ ਪੋਲੀਟੀਕਲ ਬੈਕਗਰਾਊਂਡ ਨਹੀਂ। ਵੈਸੇ ਜਿਸ ਤਰ੍ਹਾਂ ਸਾਡੇ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਕਿਹਾ ਹੈ, ਨਾ ਤਾਂ ਕਹਿੰਦੇ ਜ਼ੁਲਮ ਕਰੋ ਤੇ ਨਾ ਜ਼ੁਲਮ ਸਹੋ। ਲੋਕੀ ਕਹਿੰਦੇ ਆ ਕਿ ਜ਼ੁਲਮ ਤਾਂ ਆਪਾਂ ਨਹੀਂ ਕੀਤਾ, ਲੇਕਿਨ ਸਹਿਣਾ ਵੀ ਕਿਤੇ ਨਾ ਕਿਤੇ ਇੱਕ ਗੁਨਾਹ ਹੈ ਜੀ। ਤੇ ਇਹ ਜਿਸ ਤਰ੍ਹਾਂ ਤੁਸੀਂ ਸਿਸਟਮ ਦੇ ਅਗੇਂਸਟ ਇੱਕ ਆਪਣੀ ਆਵਾਜ਼ ਉਠਾਉਣ ਜਾ ਰਹੇ ਹੋ, ਇਹ ਦੌਰ ਸ਼ੁਰੂ ਕਿੱਥੋਂ ਹੋਇਆ? ਮੇਰੇ ਇੱਕ ਛੋਟੇ ਜਿਹੇ ਢਾਬੇ ਦੇ ਵਿੱਚ ਅਸੀਂ ਕਿਸਾਨੀ ਅੰਦੋਲਨ ਦੇ ਵਿੱਚ ਪ੍ਰਸ਼ਾਦਾ, ਲੰਗਰ ਵਗੈਰਾ ਲੈ ਕੇ ਜਾਂਦੇ ਹੁੰਦੇ ਸੀ। ਸੋ ਸਾਡੇ ਜਿਹੜੇ ਮੌਜੂਦਾ ਮੇਅਰ ਸਨ, 48 ਮੋਟਰ ਮਾਰਕੀਟ ਦੇ ਵਿੱਚ ਇਹਨਾਂ ਦੀ ਕੋਈ ਮੀਟਿੰਗ ਸੀਗੀ। ਸਾਨੂੰ ਮੈਸੇਜ ਆਉਂਦੇ ਨੇ ਵੀ ਅੱਜ ਉੱਥੇ ਅਸੀਂ ਉਹਨਾਂ ਨੂੰ ਕਾਲੇ ਝੰਡੇ ਦਿਖਾਣੇ ਆ। ਸੋ ਮੈਂ ਉੱਥੇ ਵੀ ਸੇਵਾ ਨਿਭਾਉਣ ਚਲੇ ਗਿਆ। ਸਾਨੂੰ ਸੇਵਾ ਸੀਗੀ ਜਲ ਦੀ ਸੇਵਾ ਉਸ ਦਿਨ ਉੱਥੇ ਕਰਨੀ। ਸੋ ਉੱਥੇ ਮੇਅਰ ਸਾਹਿਬ ਦੀ ਗੱਡੀ ਤੇ ਸੰਜੇ ਟੰਡਨ ਸਾਹਿਬ ਜੀ ਦੀ ਗੱਡੀ ਤੇ ਪਥਰਾਅ ਹੁੰਦਾ। ਜਿਸ ਦਿਨ ਪਥਰਾਅ ਹੁੰਦਾ ਉਸੇ ਦਿਨ ਇਹਨਾਂ ਦੇ ਇੱਕ ਸੋ ਕੋਲਡ ਲੀਡਰ ਨੇ ਪ੍ਰਿੰਸ ਪੰਡੂਲਾ ਜੀ, ਉਹ ਮੇਰੀ ਪੁਰਾਣੀਆਂ ਫੇਸਬੁੱਕਾਂ ਤੋਂ ਫੋਟੋਆਂ ਚੱਕਦੇ ਨੇ ਕਿਉਂਕਿ ਮੈਂ ਕਾਰੋਬਾਰ ਬਿਜ਼ਨਸ ਵਪਾਰੀ ਆ, ਵਪਾਰ ਕਰਦਾ। ਪਰ ਜਿਹੜੇ ਸਾਡੇ ਮੌਜੂਦਾ ਇੱਥੇ ਦੇ ਆਪਣਾ ਪਹਿਲੇ ਇਹਨਾਂ ਤੋਂ ਪਹਿਲੇ ਜਿਹੜੇ ਆਪਣੇ ਕਾਉਂਸਲਰ ਸੀਗੇ ਪ੍ਰਦੀਪ ਛਾੜਾ ਜੀ, ਮੈਂ ਉਹਨਾਂ ਨਾਲ ਰਹਿੰਦਾ, ਉਹਨਾਂ ਨਾਲ ਮੇਰਾ ਪਰਿਵਾਰਿਕ ਪਿਆਰ ਹੈ। ਸੋ ਇਹਨਾਂ ਦੇ ਇੱਕ ਕਾਉਂਸਲਰ, ਇਹਨਾਂ ਦਾ ਜਿਹੜਾ ਇੱਕ ਸੋ ਕੋਲ ਲੀਡਰ ਪ੍ਰਿੰਸ ਪਡੂਲਾ, ਉਹਨੇ ਇੱਕ ਮੇਰੀ ਫੋਟੋਆਂ ਕੱਢਤੀਆਂ ਵੀ ਇਹ ਤਾਂ ਕਾਂਗਰਸੀ ਗੁੰਡੇ ਨੇ, ਇਹ
ਕਿਸਾਨ ਨਹੀਂ ਹੈ। ਮੈਂ ਵੀ ਕਹਿੰਦਾ ਸੀ ਕਿਸਾਨ ਨਹੀਂ ਆ, ਪਰ ਮੈਂ ਕਾਂਗਰਸੀ ਗੁੰਡਾ ਵੀ ਨਹੀਂ ਹਾਂ। ਮੈਂ ਜ਼ਮੀਨ ਨਹੀਂ ਹੈ ਮੇਰੇ ਕੋਲ ਜ਼ਮੀਰ ਹੈ। ਮੈਂ ਸੇਵਾ ਨਿਭਾਈ ਹੈ, ਕਿਉਂਕਿ ਇੱਕ ਮੇਰੀ ਜ਼ਿੰਮੇਵਾਰੀ ਸੀ, ਨੈਤਿਕ ਜ਼ਿੰਮੇਵਾਰੀ ਸੀ ਉਹ ਸੇਵਾ ਨਿਭਾਉਣ ਦੀ। ਮੈਂ ਉਹ ਸੇਵਾ ਨਿਭਾ ਰਿਹਾ ਸੀ। ਇਹਨਾਂ ਨੇ ਇੱਦਾਂ ਇੱਕ ਪ੍ਰੋਪੋਗੰਡਾ ਇੱਥੇ ਬਣਾਤਾ, ਮੇਰੀ ਫੇਸਬੁੱਕ ਤੋਂ ਫੋਟੋਆਂ ਕੱਢ ਕੇ। ਉਸ ਤੋਂ ਬਾਅਦ ਕੀ ਹੁੰਦਾ ਹੈ, 1-2 ਦਿਨ ਚੱਲਦੇ ਨੇ, ਤੀਜੇ ਦਿਨ ਇੱਕ ਅਫਸਰ ਆਂਦਾ ਜੀ, ਕਹਿੰਦਾ ਜੀ ਤੁਹਾਡਾ ਡਸਟਬਿਨ ਕਿੱਥੇ ਹੈ? ਮੈਂ ਕਿਹਾ ਜੀ ਡਸਟਬਿਨ ਹੈ ਪਿਆ, ਖਾਲੀ ਸੀਗਾ। ਕਹਿੰਦਾ ਜੀ ਇਹ ਅਲੱਗ-ਅਲੱਗ ਹੋਣਾ ਚਾਹੀਦਾ। ਸੋ ਉਹ ਮੇਰੀ ਦੁਕਾਨ ਦਾ ਚਲਾਨ ਕਰਕੇ ਗੱਡੀ 'ਚ ਬਹਿਣ ਲੱਗਿਆ। ਮੈਂ ਉਹਦਾ ਰੋਕ ਲਿਆ। ਮੈਂ ਕਿਹਾ ਭਾਜੀ ਸਿੱਧਾ ਮੇਰੀ ਦੁਕਾਨ ਤੇ ਆਏ ਸੀ, ਤੁਹਾਨੂੰ ਹੋਰ ਢਾਬੇ ਨਹੀਂ ਮਿਲੇ ਇੱਥੇ? ਪੂਰੀ ਮਾਰਕੀਟ ਵਿੱਚ ਖਾਣ ਪੀਣ ਦਾ ਕੰਮ ਹੈ, ਪੂਰੀ ਮਾਰਕੀਟ ਦੇ ਵਿੱਚ ਡਸਟਬਿਨ ਲੱਗੇ, ਚੈੱਕ ਕਰੋ, ਆਪਣੀ ਡਿਊਟੀ ਸਮਝੋ। ਹੁਣ ਜੇ ਤੁਸੀਂ ਮੇਰਾ ਤਾਂ ਕਰ ਹੀ ਦਿੱਤਾ, ਮੇਰੇ ਕੋਲ ਵੀਡੀਓਜ਼ ਅਵੇਲੇਬਲ ਹੈਗੀਆਂ ਨੇ, ਮੈਂ ਨਾਲ ਚੱਲ ਕੇ ਸਭ ਦੇ, ਮੈਂ ਕਿਹਾ ਆਹ ਦੇਖ ਇਹਨੂੰ ਕਹਿੰਦੇ ਆ ਡਿਊਟੀ, ਇਹਨੂੰ ਕਹਿੰਦੇ ਆ, ਮੈਂ ਨਾਲ ਚੱਲ ਕੇ ਸਭ ਦੇ ਦਿਖਾਇਆ। ਫਿਰ ਉਸ ਤੋਂ ਬਾਅਦ ਸੇਮ ਦਿਨ ਸ਼ਾਮ ਨੂੰ ਇੱਕ ਇਨਫੋਰਸਮੈਂਟ ਅਫਸਰ ਵੀ ਆ ਜਾਂਦਾ, ਉਹ ਸਿੱਧਾ ਮੇਰੀ ਦੁਕਾਨ ਤੇ ਗੱਡੀ ਰੁਕਦੀ ਹੈ। ਦੇਖੋ 10 ਦੁਕਾਨਾਂ ਰਸਤੇ 'ਚ ਆਉਂਦੀਆਂ ਨੇ, ਤੁਸੀਂ ਉੱਥੋਂ ਕਰਦੇ ਆਓ ਤਾਂ ਮੈਨੂੰ ਸਮਝ ਵੀ ਆਉਂਦੀ ਹੈ ਵੀ ਇੱਕ ਅਫਸਰ ਡਿਊਟੀ ਕਰ ਰਿਹਾ, ਮੇਰੇ ਕੋਲ ਆ ਰਿਹਾ, ਉਹ ਆਪਣੀ ਡਿਊਟੀ ਨਿਭਾ ਰਿਹਾ। ਬਟ ਸਿੱਧਾ ਮੇਰੀ ਦੁਕਾਨ ਤੇ ਗੱਡੀ ਰੁਕਦੀ ਹੈ, ਉਸ ਤੋਂ ਬਾਅਦ ਮੇਰੀ ਦੁਕਾਨ ਤੇ ਚਲਾਨ। ਸੋ ਇਦਾਂ ਕਰਦੇ ਕਰਾਂਦੇ ਮੇਰੇ ਕੋਲ 40 ਤੋਂ 45 ਹਜ਼ਾਰ ਰੁਪਏ ਦੇ ਚਲਾਨ ਹੁੰਦੇ ਨੇ 1 ਮਹੀਨੇ ਦੇ ਵਿੱਚ। ਮੈਂ ਫਰਸਟ੍ਰੇਟ ਹੋ ਗਿਆ, ਕਿਉਂਕਿ ਜਿੱਥੇ ਦੇਖੋ ਕਾਰੋਬਾਰ ਜ਼ਿਆਦਾ ਜ਼ਰੂਰੀ ਹੈ, ਕੰਮ ਜ਼ਿਆਦਾ ਜ਼ਰੂਰੀ ਹੈ। ਕੰਮ ਨਹੀਂ ਹੋਏਗਾ ਤੇ ਕਿਵੇਂ ਅੱਗੇ ਫਿਊਚਰ ਹੋਏਗਾ। ਸੋ ਬੜੀ ਜਗ੍ਹਾ ਗਏ, ਸਭ ਨੂੰ ਕਿਹਾ ਵੀ ਇਹਨਾਂ ਨੂੰ ਮੇਅਰ ਸਾਹਿਬ ਨੂੰ ਰੋਕੋ ਵੀ ਇਹ ਗਲਤ ਕਰ ਰਹੇ ਨੇ। ਤਾਂ ਮਤਲਬ ਇਹਨਾਂ ਦੀ ਪਾਰਟੀ ਦੇ ਬੰਦਿਆਂ ਨੂੰ ਵੀ ਮੈਂ ਮਿਲਿਆ ਵੀ ਇਹ ਗਲਤ ਕਰ ਰਹੇ ਨੇ, ਨਿੱਜੀ ਦੁਸ਼ਮਣੀ ਨਹੀਂ ਹੋਣੀ ਚਾਹੀਦੀ, ਆਪਣਾ ਸਰਕਲ ਜਿਵੇਂ ਚਲਾਉਣਾ। ਸੋ ਇਹਨਾਂ ਦੇ ਲੋਕਾਂ ਨੇ ਵੀ ਕਹਿਤਾ ਉਹ ਸਾਡੀ ਨਹੀਂ ਸੁਣਦਾ ਜੀ। ਬਸ ਉਸ ਦਿਨ ਮੈਂ ਪ੍ਰਣ ਕਰ ਲਿਆ ਸੀ ਵੀ ਹੁਣ ਮੈਂ ਇਲੈਕਸ਼ਨ 'ਚ ਆਵਾਂਗਾ, ਅੱਗੇ ਆਵਾਂਗਾ ਔਰ ਇਹਨਾਂ ਦੇ ਖਿਲਾਫ ਹੀ ਲੜਾਂਗਾ। ਜੇ ਕਿਸੇ ਹੋਰ ਵਾਰਡ ਤੋਂ ਲੈਂਦੇ ਟਿਕਟ ਤੇ ਮੈਂ ਉੱਧਰ ਲੜਨੀ ਸੀ। ਇੱਕ ਵਾਰੀ ਮੈਂ ਸੋਚ ਲਿਆ ਸੀ, ਆਪਣੇ ਗੁਰੂ ਸਾਹਿਬ ਅੱਗੇ ਅਰਦਾਸ ਕਰ ਲਈ ਸੀ ਵੀ ਹੁਣ ਇੱਕ ਵਾਰੀ ਮੌਕਾ ਦਿਓ। ਕਿਤੇ ਨਾ ਕਿਤੇ ਤੁਸੀਂ ਸਿਸਟਮ ਦੇ ਖਿਲਾਫ ਆਵਾਜ਼ ਚੁੱਕਣ ਦਾ ਸੋਚ ਲਿਆ ਸੀ ਉਸ ਵੇਲੇ ਜੀ, ਤੁਸੀਂ ਜ਼ੁਲਮ ਨਹੀਂ ਸਹਿਣਾ ਚਾਹੁੰਦੇ ਸੀ ਉਸ ਵੇਲੇ। ਸਭ ਤੋਂ ਪਹਿਲਾਂ ਤਾਂ ਤੁਸੀਂ ਮੁਬਾਰਕ ਦੇ ਪਾਤਰ ਇਸ ਕਰਕੇ ਬਣਦੇ ਹੋ ਕਿ ਤੁਸੀਂ ਜਿਹੜੇ ਸਿਟਿੰਗ ਮੇਅਰ ਹੈਗੇ ਚੰਡੀਗੜ੍ਹ ਦੇ, ਉਹਨਾਂ ਨੂੰ ਤੁਸੀਂ ਹਰਾ ਕੇ ਤੁਸੀਂ ਅੱਗੇ ਆਏ ਹੋ ਜੀ। ਆਪ ਦੀ ਨਹੀਂ ਤਾਂ ਨਾਰਮਲੀ 14 ਸੀਟਾਂ ਆਈਆਂ, ਲੇਕਿਨ ਸਭ ਤੋਂ ਜ਼ਿਆਦਾ ਮੁਬਾਰਕਬਾਦ ਤੁਹਾਨੂੰ ਸਿਰਫ ਇਸੀ ਕਾਰਨ ਦਿੱਤੀ ਗਈਆਂ ਕਿ ਜਿਸ ਤਰ੍ਹਾਂ ਤੁਸੀਂ ਮੇਅਰ ਨੂੰ ਹਰਾ ਕੇ ਅੱਗੇ ਆਏ ਹੋ ਜੀ। ਅਤੇ ਤੁਸੀਂ ਪਰਸਨਲੀ ਕੀ ਸੋਚਦੇ ਹੋ ਕਿ ਬੀਜੇਪੀ ਦਾ ਪਿੱਛੇ ਜਾਣ ਦਾ ਮੁੱਖ ਕਾਰਨ ਕੀ ਰਿਹਾ ਜੀ? ਦੇਖੋ ਬਹੁਤ ਸਾਰੇ ਕਾਰਨ ਹੈ, ਇੱਕ ਪ੍ਰਮੁੱਖ ਕਾਰਨ ਨਹੀਂ ਹੈ। ਸਭ ਤੋਂ ਵੱਡਾ ਕਾਰਨ ਇਹ ਹੈ ਕਿ ਜਿਹੜੇ ਇਹਨਾਂ ਦੇ MP ਸਾਹਿਬਾਨ ਨੇ ਉਹ ਜਦੋਂ ਦੇ ਸੱਤਾ ਦੇ ਵਿੱਚ ਆਏ ਨੇ ਪਰ ਚੰਡੀਗੜ੍ਹ 'ਚ ਨਹੀਂ ਆਏ, ਇਹ ਵੀ ਕਾਰਨ ਹੈ। ਦੂਜਾ ਕਾਰਨ ਇਹ ਹੈ ਕਿ ਅੱਜ ਜਨਤਾ ਪਰੇਸ਼ਾਨ ਹੈ, ਕੰਮ ਜਨਤਾ ਦੇ ਹੋ ਨਹੀਂ ਰਹੇ, ਸਰਕਾਰੀ ਅਦਾਰੇ ਜਨਤਾ ਨੂੰ ਪਰੇਸ਼ਾਨ ਕਰ ਰਹੇ ਨੇ। ਕੰਮ ਹੋ ਰਹੇ ਨੇ ਸਿਰਫ ਇਹਨਾਂ ਦੇ ਆਪਣੇ ਰਿਸ਼ਤੇਦਾਰਾਂ ਦੇ, ਇਹਨਾਂ ਦੇ ਆਪਣੇ ਸਰਕਲ ਦੇ। ਬਹੁਤ ਵੱਡਾ ਮੇਰੇ ਕੋਲ ਇੱਕ ਐਗਜ਼ਾਮਪਲ ਹੈ ਆਪਣੇ 22 ਸੈਕਟਰ ਦਾ। ਸਾਡੇ ਮੇਅਰ ਸਾਹਿਬ ਦੇ ਬਹੁਤ ਹੀ ਨੇੜਲੇ ਮਿੱਤਰਤਾ ਰੱਖਣ ਵਾਲੇ ਇਹਨਾਂ ਦੇ ਸੋ ਕੋਲ ਲੀਡਰ, ਉਹਨਾਂ ਨੇ ਇੱਕ ਸੰਸਥਾ ਬਣਾ ਲਈ ਪੈਸੇ ਖਾਣ ਦਾ। ਦੇਖੋ ਕਿੰਨਾ ਵਧੀਆ ਤਰੀਕਾ ਬਣਾ ਲਿਆ, ਇੱਕ ਸੰਸਥਾ ਬਣਾ ਲਈ। 35 ਪਾਰਕ ਔਨ ਰਿਕਾਰਡ, 35 ਪਾਰਕਾਂ ਦਾ ਰੱਖ ਰਖਾਵ ਸੇਵਾ ਸਾਫ ਸਫਾਈ ਦਾ ਠੇਕਾ ਉਹਨਾਂ ਕੋਲ ਹੈ। ਸੋ 2 ਰੁਪਏ 42 ਪਤਾ ਨਹੀਂ 44 ਪੈਸੇ ਸਕੁਆਇਰ ਫੀਟ ਹਿਸਾਬ ਨਾਲ ਪੈਸੇ ਆਉਂਦੇ ਨੇ। ਮੈਂ ਕੋਈ ਨੀਅਰ ਅਬਾਊਟ ਲਾ ਕੇ ਚੱਲ ਰਿਹਾ ਸੀਗਾ, ਕੋਈ ਮੈਂ ਜਦੋਂ ਦੇਖਿਆ ਸੀ ਰਿਕਾਰਡ 2.25 ਲੱਖ ਰੁਪਏ ਮਹੀਨਾ ਉਹਨਾਂ ਨੂੰ ਆਉਂਦਾ ਹੈ। ਤੁਸੀਂ ਇਹ ਦੇਖ ਲਓ ਵੀ ਆਪਣੇ ਰਿਸ਼ਤੇਦਾਰ ਦੀ ਜੇਬ ਭਰਨ ਲਈ ਮੇਅਰ ਸਾਹਿਬ ਨੇ ਕਿੰਨਾ ਵੱਡਾ ਸਟੈਪ ਚੱਕ ਲਿਆ। ਤੁਸੀਂ 35 ਬੰਦਿਆਂ ਨੂੰ ਠੇਕਾ ਦਿਓ, ਇੱਕੇ ਬੰਦੇ ਨੂੰ ਕਿਉਂ? ਕਿਉਂਕਿ ਤੁਹਾਡਾ ਰਿਸ਼ਤੇਦਾਰ ਹੈ। ਪਾਰਕ ਤਾਂ ਛੱਡੋ, ਜਿੰਨੇ ਬਾਥਰੂਮਸ ਦੇ ਵੀ ਰੱਖ ਰਖਾਵ ਦੇਖ ਰੇਖ ਦਾ ਠੇਕਾ ਆਉਂਦਾ ਉਹ ਵੀ ਉਸੇ ਨੂੰ ਦਿੱਤਾ ਹੋਇਆ ਇਹਨਾਂ ਦੇ ਸੋ ਕੋਲ ਲੀਡਰ। ਉਹਨਾਂ ਨੇ ਭ੍ਰਸ਼ਟਾਚਾਰ ਇੰਨਾ ਕੁ ਵੱਡਾ ਇੱਥੇ ਬੀਜੇਪੀ ਵਾਲਿਆਂ ਨੇ ਇਕੱਠਾ ਕਰ ਲਿਆ ਵੀ ਆਪਣਾ ਹੀ ਆਪਣਾ ਕਰਨਾ, ਅਸੀਂ ਆਪਣਾ ਹੀ ਆਪਣਾ ਕਰਨਾ, ਆਪਣੇ ਰਿਸ਼ਤੇਦਾਰਾਂ ਦੀ ਜੇਬਾਂ ਭਰਨੀ ਹੈ, ਜਨਤਾ ਬਾਰੇ ਸੋਚ ਨਹੀਂ ਰਹੀ। ਦੂਜਾ ਕਾਰਨ। ਤੀਜਾ ਕਾਰਨ, ਜਨਤਾ ਜਦੋਂ ਪਹਿਲਾਂ ਵੋਟ ਪਾਉਂਦੀ ਸੀ ਉਹ ਦੇਖਦੀ ਸੀ ਯਾਰ 5 ਸਾਲ ਕਾਂਗਰਸ ਨੂੰ ਦੇਤੇ, ਥੱਕ ਗਏ ਹਾਰ ਗਏ, ਚਲੋ ਹੁਣ 5 ਸਾਲ ਬੀਜੇਪੀ ਨੂੰ ਦੇ ਦਿਓ, ਥੱਕ ਗਏ ਹਾਰ ਗਏ। ਹੁਣ ਬਚਿਆ ਕੀ? ਵਿਕਲਪ ਕੀ ਹੈ? ਪੋਲੀਟਿਕਸ ਨੂੰ ਚੇਂਜ ਕਰਨ ਵਾਲਾ ਯੋਧਾ ਅਰਵਿੰਦ ਕੇਜਰੀਵਾਲ ਜੀ, ਦਿੱਲੀ ਰੋਲ ਮਾਡਲ। ਅੱਜ ਦਿੱਲੀ ਦੇ ਬੱਚੇ ਦੇ ਨਾਮ ਤੇ ਅਰਵਿੰਦ ਕੇਜਰੀਵਾਲ ਜੀ ਦਾ ਨਾਮ ਹੈ। ਕਿਉਂ ਹੈ? ਉਹਨਾਂ ਨੇ ਸਿਰਫ 5 ਚੀਜ਼ਾਂ ਦੇਸ਼ ਦੀ ਸੁਧਾਰਨ ਦਾ ਇੱਕ ਬੀੜਾ ਚੱਕ ਲਿਆ। ਹੈਲਥ ਸਿਸਟਮ, ਐਜੂਕੇਸ਼ਨ ਸਿਸਟਮ, ਬਿਜਲੀ, ਪਾਣੀ ਔਰ ਸਫਾਈ।
ਕਹਿੰਦੇ ਆਹ 5 ਚੀਜ਼ਾਂ ਹੀ ਚੱਕ ਲਈਆਂ ਨਾ ਆਪਾਂ ਬੀੜਾ। ਜ਼ਿੰਮੇਵਾਰ ਨਾਗਰਿਕ ਵੀ ਇਹ ਚੀਜ਼ਾਂ ਨੂੰ ਸਮਝੇ ਔਰ ਇੱਕ ਆਪਣਾ ਮੰਤਰੀ ਇੱਕ ਲੀਡਰ ਵੀ ਇਸ ਚੀਜ਼ ਨੂੰ ਸਮਝੇ ਵੀ ਅਸੀਂ ਇਹ ਨਾਗਰਿਕ ਦੀ ਜ਼ਰੂਰਤ ਹੈ, ਇਹਨੂੰ ਦੇਣੀ ਹੈ, ਇਹ ਟੈਕਸ ਭਰਦਾ ਹੈ। ਪੋਲਿਸੀਜ਼ ਇਸ ਹਿਸਾਬ ਦੀ ਬਣਾਤੀ, ਜਨਤਾ ਦੇ ਟੈਕਸ ਦਾ ਪੈਸਾ ਯੂਜ਼ ਕਰਨਾ ਹੈ, ਇਸ ਹਿਸਾਬ ਨਾਲ ਯੂਜ਼ ਕਰਨਾ ਹੈ ਕਿ ਇਹਨੂੰ ਇੱਕ 2000 ਲੀਟਰ ਪਾਣੀ ਫ੍ਰੀ ਹੋ ਜੇ, ਇਹਨੂੰ 200 ਯੂਨਿਟ ਬਿਜਲੀ ਫ੍ਰੀ ਹੋ ਜੇ। ਉਹਨਾਂ ਦਾ ਪੈਸਾ ਉਹਨਾਂ ਨੂੰ ਵਾਪਸ ਦੇਣਾ ਹੈ। ਹੁਣ ਬਾਕੀ ਪੋਲੀਟੀਕਲਸ ਪਾਰਟੀ ਇਹ ਚੀਜ਼ਾਂ ਨੂੰ ਕਿਵੇਂ ਫੈਲਾ ਰਹੀ ਹੈ ਵੀ ਇਹ ਫ੍ਰੀ ਦੇ ਰਹੇ ਨੇ, ਫ੍ਰੀ ਦੇ ਰਹੇ ਨੇ। ਫ੍ਰੀ ਕੁਝ ਵੀ ਨਹੀਂ ਦੇ ਰਹੇ, ਤੁਹਾਡਾ ਟੈਕਸ ਦਾ ਪੈਸਾ ਤੁਹਾਨੂੰ ਦੇ ਰਹੇ ਨੇ। ਸੋ ਜਨਤਾ ਕੋਲ ਇੱਕ ਵਿਕਲਪ ਵੀ ਹੁਣ ਚੰਡੀਗੜ੍ਹ ਦੀ ਜਨਤਾ ਕੋਲ ਆ ਗਿਆ ਸੀ ਵੀ ਹਾਂ ਸ਼ਾਇਦ ਸਾਡਾ ਚੰਡੀਗੜ੍ਹ ਵੀ ਦਿੱਲੀ ਰੋਲ ਮਾਡਲ ਬਣ ਸਕਦਾ। ਸੋ ਬਹੁਤ ਸਾਰੇ ਰੀਜ਼ਨ ਨੇ, ਜਨਤਾ ਨੂੰ ਪ੍ਰਭਾਵ ਕਿਹੜਾ ਰੀਜ਼ਨ ਕੀਤਾ ਇਹ ਤਾਂ ਹੁਣ ਜਨਤਾ ਜਾਣਦੀ ਹੈ। ਤੋ ਸਰ ਇੱਥੇ ਆਪਾਂ ਥੋੜਾ ਜਿਹਾ ਇੱਕ ਸਾਡੇ ਜਿਹੜੇ ਐਮਪੀ ਹੈਗੇ ਕਿਰਨ ਖੇਰ ਮੈਡਮ, ਉਹਨਾਂ ਦੇ ਪੇਜ ਤੋਂ ਮੈਂ ਕੁਝ ਕਮੈਂਟਸ ਲੈਣ ਜਾ ਰਿਹਾ। ਉੱਥੇ ਕੁਝ ਪੋਜ਼ਿਟਿਵ ਕਮੈਂਟਸ ਵੀ ਮੈਂ ਦੇਖਿਆ ਕਿ ਕਿਰਨ ਖੇਰ ਮੈਮ ਦਾ ਫਸਟ ਜਿਹੜਾ ਉਹਨਾਂ ਦੇ ਇਲੈਕਸ਼ਨ ਸੀਗੇ ਉਹਦੇ ਵਿੱਚ ਬਹੁਤ ਪੋਜ਼ਿਟਿਵ ਉਹਨਾਂ ਨੂੰ ਵੇਵ ਦਾ ਉਹਨੂੰ ਫਾਇਦਾ ਮਿਲਿਆ। ਔਰ ਲੇਕਿਨ ਸੈਕਿੰਡ ਦੇ ਵਿੱਚ ਆਪਾਂ ਕੁਝ ਦੇਖ ਪਾ ਰਹੇ ਹਾਂ, ਆਪਾਂ ਇਹ ਕਮੈਂਟ ਮੈਂ ਤੁਹਾਨੂੰ ਸਕਰੀਨ ਤੇ ਸ਼ੇਅਰ ਕਰਾਂਗਾ। ਔਰ ਇਹਦੇ 'ਚ ਤੁਸੀਂ ਦੇਖ ਸਕਦੇ ਹੋ ਜੀ, ਇੱਥੇ ਇੱਕ ਹੈਗੇ ਜੀ ਕਮਲਜੀਤ ਸਿੰਘ ਜੀ, ਉਹਨਾਂ ਨੇ ਲਿਖਿਆ ਜੀ ਨੈਕਸਟ MP ਸ਼ੁੱਡ ਬੀ ਲੋਕਲਾਈਜ਼ਡ ਆਫ ਚੰਡੀਗੜ੍ਹ and these so-called celebrities don't care about the welfare of the city। ਸੋ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਜਿੱਥੇ ਮੈਡਮ ਇਹ ਕੋਵਿਡ ਦੇ ਦੌਰਾਨ ਐਬਸੈਂਟ ਰਹੇ ਚੰਡੀਗੜ੍ਹ ਤੋਂ, ਤੇ ਉਹਦਾ ਕਾਫੀ ਰੌਲਾ ਪਿਆ ਸੀਗਾ। ਸ਼ਾਇਦ ਉਹਨਾਂ ਨੇ ਦ ਟ੍ਰਿਬਿਊਨ ਦੇ ਵਿੱਚ ਫਿਰ ਇੱਕ ਸਟੇਟਮੈਂਟ ਵੀ ਕਢਵਾਈ ਸੀਗੀ ਕਿ ਜੀ ਮੈਂ ਚੰਡੀਗੜ੍ਹ में ही हूँ। ਤੇ ਇਲੈਕਸ਼ਨਸ ਆਉਣ ਤੋਂ ਪਹਿਲੇ ਇੱਕ ਵੀਡੀਓ ਮੈਡਮ ਨੇ ਸ਼ੇਅਰ ਕਰੀ ਕਿ ਮੈਂ ਚੰਡੀਗੜ੍ਹ में ही हूँ। ਜੇ ਉਹ ਚੰਡੀਗੜ੍ਹ 'ਚ ਹੀ ਹੈ ਤਾਂ ਦਿਖੇ ਕਿਉਂ ਨਹੀਂ ਕਿਸੇ ਨੂੰ, ਜਾਂ ਉਹਨਾਂ ਨੂੰ ਇਹ ਵੀਡੀਓ ਜਾਰੀ ਕਰਨ ਦੀ ਲੋੜ ਕਿਉਂ ਪਈ, ਜਿਹੜਾ ਕਿਤੇ ਨਾ ਕਿਤੇ ਉਹ ਪ੍ਰੂਵ ਕਰਦਾ ਹੈ ਕਿ ਉਹ ਸ਼ਾਇਦ ਇੱਥੇ ਨਹੀਂ ਸੀਗੇ। ਤਾਂ ਸਮਹਾਓ ਜਾਣਨ ਦੇ ਵਿੱਚ ਇਹ ਵੀ ਆਇਆ ਸੀਗਾ ਕਿ ਉਹ ਬਿਮਾਰ ਵੀ ਸੀ ਥੋੜ੍ਹਾ ਜਿਹਾ, ਕੁਝ ਇਲਾਜ ਕਰਾਉਣ ਲਈ ਬੰਬੇ ਵੀ ਗਏ ਸੀਗੇ। ਬਟ ਫਿਰ ਹੋਰ ਕੁਝ ਕਮੈਂਟਸ ਇਹ ਆ ਰਹੇ ਆ ਕਿ ਜੇ ਮੈਡਮ ਤੁਸੀਂ ਇੰਡੀਅਨ ਆਈਡਲ ਦੇ ਵਿੱਚ ਜਾ ਸਕਦੇ ਹੋ, ਇੰਡੀਅਨ ਗੌਟ ਟੈਲੈਂਟਸ ਦੇ ਵਿੱਚ ਜਾ ਸਕਦੇ ਹੋ, ਤਾਂ ਤੁਸੀਂ ਚੰਡੀਗੜ੍ਹ ਕਿਉਂ ਨਹੀਂ ਅਵੇਲੇਬਲ ਹੋ ਸਕਦੇ। ਇੱਥੇ ਦੀ ਤੁਹਾਡੀ ਰਿਸਪੌਂਸਿਬਿਲਿਟੀ ਜ਼ਿਆਦਾ ਬਣਦੀ ਹੈ। ਤਾਂ ਅਸੀਂ ਇੱਕ ਮੈਸੇਜ ਹੋਰ ਲੈਣ ਜਾ ਰਹੇ ਹਾਂ ਜਿਹੜਾ ਹੈਗਾ ਜੀ, ਹੋਪ ਯੂ ਵਿਲ ਲਰਨ ਅ ਲੈਸਨ ਬਾਈ ਲੂਜ਼ਿੰਗ ਚੰਡੀਗੜ੍ਹ MC ਇਲੈਕਸ਼ਨਸ। ਯੂਰ MC ਮੈਂਬਰਸ ਇਨਕੰਪੀਟੈਂਸ ਹੈਜ਼ ਕਾਜ਼ਡ ਸਚ ਲਾਸ। ਇਹ ਇੱਕ ਕਮੈਂਟ ਦਿੱਤਾ ਗਿਆ ਜੀ, ਵਿਸ਼ਾਲ ਹੈ ਕੋਈ, ਉਹਨਾਂ ਨੇ ਮੈਡਮ ਦੇ ਪੇਜ 'ਤੇ ਕਮੈਂਟ ਪਾ ਰਿਹਾ। ਔਰ ਸਾਡਾ ਤਾਂ ਮੁੱਦਾ ਸਿਰਫ ਇੰਨਾ ਰਹਿੰਦਾ ਹੈ ਜੀ ਕਿ ਜੋ ਵੀ ਮੈਂਬਰ ਆਫ ਪਾਰਲੀਮੈਂਟ ਆਵੇ, ਜਿੰਨੇ ਵੀ ਕਾਉਂਸਲਰਸ ਆਉਣ, ਸਿਰਫ ਚੰਡੀਗੜ੍ਹ ਦੀ ਡਿਵੈਲਪਮੈਂਟ ਔਰ ਚੰਡੀਗੜ੍ਹ ਦੇ ਲੋਕਾਂ ਬਾਰੇ ਸੋਚਣ ਜੀ। ਅਤੇ ਸਰ ਇਸ ਤੋਂ ਅੱਗੇ ਮੈਂ ਇੱਕ ਤੁਹਾਡੇ ਤੋਂ ਕੁਐਸਚਨ ਲੈਣਾ ਚਾਹਾਂਗਾ ਕਿ ਜਿਵੇਂ ਕਿ ਆਮ ਆਦਮੀ ਪਾਰਟੀ ਦੇ 14 ਕਾਉਂਸਲਰਸ ਆਏ ਸੀਗੇ, ਤਾਂ ਉਮੀਦ ਇਹੀ ਕੀਤੀ ਜਾ ਰਹੀ ਸੀ ਕਿ ਮੇਅਰ ਜਿਹੜਾ ਹੈ ਜੀ ਆਮ ਆਦਮੀ ਪਾਰਟੀ ਦੇ ਬਣੇਗੇ। ਬਟ ਸਮਹਾਓ ਕੁਝ ਹੋਇਆ ਕਿ ਕਿੱਥੇ ਜਾ ਕੇ ਗਰਾਰੀ ਐਸੀ ਫਸ ਗਈ ਕਿ ਮੇਅਰ ਜਿਹੜਾ ਹੈ ਜੀ BJP ਦਾ ਬਣਿਆ ਜੀ। ਉਸ ਦੇ ਬਾਰੇ ਥੋੜ੍ਹਾ ਜਿਹਾ ਲਾਈਮਲਾਈਟ ਕੁਝ ਪਾਓ। ਦੇਖੋ ਸਰ, 25 ਸਾਲ ਦੀ ਕਾਰਪੋਰੇਸ਼ਨ ਦੀ ਹਿਸਟਰੀ 'ਚ ਕਦੀ ਵੀ ਇੱਕ ਪ੍ਰੈਜ਼ਾਈਡਿੰਗ ਅਫੀਸਰ BJP ਦਾ ਕਾਉਂਸਲਰ ਨਹੀਂ ਬਣਿਆ। ਫਸਟ ਟਾਈਮ ਇੱਕ BJP ਦੇ ਕਾਉਂਸਲਰ ਨੂੰ ਪ੍ਰੈਜ਼ਾਈਡਿੰਗ ਆਫੀਸਰ ਬਣਾਤਾ। ਚਾਹੇ ਉੱਥੇ ਕ੍ਰਿਸ਼ਨ ਮੈਡਮ ਬੈਠੇ ਹੋਣ, ਚਾਹੇ ਉੱਥੇ DC ਸਾਹਿਬਾਨ ਬੈਠੇ ਹੋਣ, ਪਰ ਜਿਹੜਾ ਫੈਸਲਾ ਲੈਣਾ ਹੁੰਦਾ ਉਹਦੀ ਡਿਊਟੀ ਹੈ ਪ੍ਰੈਜ਼ਾਈਡਿੰਗ ਆਫੀਸਰ ਦੀ, ਕਿਉਂਕਿ ਉਹ ਇਲੈਕਸ਼ਨ ਕੰਟੈਸਟ ਕਰਵਾ ਰਹੇ ਨੇ। ਔਰ ਸਾਡੇ ਆਮ ਆਦਮੀ ਪਾਰਟੀ ਦੇ ਸਾਰੇ ਨਵੇਂ ਚਿਹਰੇ ਨੇ, ਔਰ ਅਸੀਂ ਪਹਿਲਾਂ ਫਸਟ ਟਾਈਮ ਇਹ ਇਲੈਕਸ਼ਨ ਪੋਲ ਕੀਤੀ ਹੈ। ਸਾਨੂੰ ਨਹੀਂ ਪਤਾ ਕੀ ਕੁਝ ਚੈੱਕ ਕਰਨਾ ਹੁੰਦਾ, ਕੀ ਕੁਝ ਨਹੀਂ। ਸੋ ਜਦੋਂ ਪ੍ਰੈਜ਼ਾਈਡਿੰਗ ਆਫੀਸਰ ਉੱਥੇ ਬੈਲਟ ਪੇਪਰ ਪ੍ਰੋਵਾਈਡ ਕਰਾਉਂਦੇ ਨੇ, ਨਾਮ ਬੋਲਦੇ ਨੇ ਵੀ ਵਾਰਡ ਨੰਬਰ 1, ਵਾਰਡ ਨੰਬਰ 2, ਵਾਰਡ ਨੰਬਰ 3, ਸੋ ਸਾਰਿਆਂ ਨੂੰ ਇੱਕ ਬੈਲਟ ਪੇਪਰ ਮਿਲਦਾ, ਵੋਟ ਪੋਲ ਕਰਕੇ ਬੈਲਟ ਬਾਕਸ 'ਚ ਪਾਣੀ ਹੁੰਦੀ। ਜਦੋਂ ਗਿਣਤੀ ਦਾ ਟਾਈਮ ਆਉਂਦਾ ਤਾਂ ਚੈੱਕ ਕੀਤਾ ਜਾਂਦਾ ਹੈ ਪੇਪਰ ਦੇ ਪਿੱਛੇ ਕੋਈ ਨਿਸ਼ਾਨ ਤਾਂ ਨਹੀਂ ਹੈ, ਪੇਪਰ ਦੇ ਅੱਗੇ ਕੋਈ ਨਿਸ਼ਾਨ ਤਾਂ ਨਹੀਂ ਹੈ, ਜਾਂ ਜਿਹੜੀ ਸਟੈਂਪ ਲਗਾਈ ਹੈ ਉਹ ਡੱਬੇ ਤੋਂ ਬਾਹਰ ਨਹੀਂ ਹੈ, ਡੱਬੇ ਦੇ ਲਾਈਨ ਦੇ ਉੱਤੇ ਤਾਂ ਨਹੀਂ ਹੈ। ਸੋ ਬੜੀਆਂ ਚੀਜ਼ਾਂ ਇੱਕ ਬੈਲਟ ਪੇਪਰ ਨੂੰ ਡਿਸਕੁਆਲੀਫਾਈ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੋ ਇਦਾਂ ਕਰਕੇ ਇੱਕ ਬੈਲਟ ਪੇਪਰ BJP ਪਾਰਟੀ ਦਾ ਫਟਿਆ ਹੁੰਦਾ, ਉਹਦਾ ਕਾਰਨਰ ਇੱਦਾਂ ਫਟਿਆ ਹੁੰਦਾ, ਇਹ ਜਿਵੇਂ ਇੱਦਾਂ ਫਟਿਆ ਹੋਇਆ। ਇਟ ਮੀਨਸ ਇਹ ਨਿਸ਼ਾਨੀ ਲੱਗ ਗਈ ਵੀ ਇਹ ਵੋਟ ਮੈਂ ਪੋਲ ਕੀਤੀ ਹੈ, ਇਹ BJP ਪਾਰਟੀ ਦਾ ਫਟਿਆ ਹੋਇਆ। ਉਹਨੂੰ ਕੈਂਸਲ ਨਾ ਕਰਨ ਦੀ ਬਜਾਏ ਉਹਨੂੰ ਵੋਟ ਗਿਣ ਦਿੰਦੇ ਨੇ ਪ੍ਰੈਜ਼ਾਈਡਿੰਗ ਆਫੀਸਰ। ਉਸ ਤੋਂ ਬਾਅਦ ਇੱਕ ਪੈਨਸਲ ਦਾ ਨਿਸ਼ਾਨ ਹੁੰਦਾ ਹੈ ਬੈਲਟ ਪੇਪਰ ਦੀ ਬੈਕ ਸਾਈਡ 'ਤੇ, ਪੈਨਸਲ ਦਾ ਜਿਹੜਾ ਛੋਟਾ ਜਿਹਾ ਨਿਸ਼ਾਨ ਹੁੰਦਾ, ਉਹਨੂੰ ਪ੍ਰੈਜ਼ਾਈਡਿੰਗ ਆਫੀਸਰ ਵੋਟ ਕੈਂਸਲ ਕਰ ਦਿੰਦੇ ਨੇ। ਹਾਲੇ ਅਸੀਂ ਉੱਥੇ ਸਾਡਾ ਜਿਹੜਾ ਕਾਊਂਟਿੰਗ ਏਜੰਟ ਪ੍ਰੈਜ਼ਾਈਡਿੰਗ ਆਫੀਸਰ ਕੋਲ ਖੜਾ ਹੈ,
ਉਹ ਸਾਡੇ ਆਰਗੂਮੈਂਟ ਚੱਲ ਰਹੇ ਨੇ ਵੀ ਤੁਹਾਡੇ ਵੀ ਇੱਕ ਵੋਟ ਕੈਨਸਲ ਕੀਤੀ ਜਾਵੇ, ਤੁਹਾਡਾ ਵੀ ਪੇਪਰ ਫਟਿਆ ਹੋਇਆ। ਅਗਰ ਸਾਡੇ ਨਿਸ਼ਾਨ, ਕਿਉਂਕਿ ਇਹ ਸਾਨੂੰ ਪਹਿਲਾਂ ਸਾਡੀ ਫਸਟ ਇਲੈਕਸ਼ਨ ਹੈ, ਸਾਨੂੰ ਪਹਿਲਾਂ ਗਾਈਡਲਾਈਨਸ ਨਹੀਂ ਪਤਾ ਸੀ ਕੋਈ ਇੰਨਾ, ਕਈਆਂ ਨੂੰ ਪਤਾ ਸੀ ਕਈਆਂ ਨੂੰ ਨਹੀਂ ਪਤਾ ਸੀ ਵੀ ਬੈਲਟ ਪੇਪਰ ਲੈਣ ਤੋਂ ਪਹਿਲਾਂ ਚੈੱਕ ਕਰ ਲਓ ਵੀ ਉਹਦੇ ਪਿੱਛੇ ਜਾਂ ਉਹਦੇ ਅੱਗੇ ਕੋਈ ਨਿਸ਼ਾਨ ਤਾਂ ਨਹੀਂ ਹੈ। ਸੋ ਜਿਵੇਂ ਸਾਡੇ ਕੋਲ ਗਾਈਡਲਾਈਨਸ ਆ ਚੁੱਕੀ ਸੀ ਇਲੈਕਸ਼ਨ ਦੀ, ਅਸੀਂ ਪੜ੍ਹ ਕੇ ਗਏ ਹਾਂ, ਕਈਆਂ ਕੋਲ ਲੇਟ ਪਹੁੰਚੀ ਹੈ। ਬਹੁਤ ਵੱਡਾ ਰੋਲ ਹੈ ਇਸ ਇਲੈਕਸ਼ਨ ਨੂੰ ਬੀਜੇਪੀ ਦੇ ਪਾਲੇ 'ਚ ਦੇਣ ਦਾ। ਤੁਸੀਂ ਇਹ ਹਿਸਾਬ ਲਾਓ ਵੀ ਉਹ ਸਾਡੇ ਕੋਲ ਜਿਹੜੀ ਗਾਈਡਲਾਈਨਸ ਹੈ ਔਰ ਸ਼ਾਮ ਨੂੰ ਪਹੁੰਚਦੀ ਹੈ ਔਰ ਅਗਲੇ ਦਿਨ ਇਲੈਕਸ਼ਨ ਹੈ, ਅਸੀਂ ਕਿੰਨੀ ਕੁ ਬੁੱਕ ਉਹ ਪੜ੍ਹ ਸਕਦੇ ਹਾਂ। ਚਲੋ ਫਿਰ ਵੀ ਕਈਆਂ ਨੇ ਪੜ੍ਹ ਲਈ, ਕਈਆਂ ਨੇ ਨਹੀਂ ਪੜ੍ਹੀ। ਇਲੈਕਸ਼ਨ 3 ਤਰੀਕ ਨੂੰ ਰਾਤੀ 7:30 ਵਜੇ WhatsApp ਤੇ ਮੈਸੇਜ ਆਉਂਦਾ ਹੈ, 2 ਤਰੀਕ ਨੂੰ ਰਾਤੀ 7:30 8 ਵਜੇ WhatsApp ਦੇ ਗਰੁੱਪ 'ਚ ਜਿਹੜੇ ਕਾਉਂਸਲਰਸ ਦਾ ਗਰੁੱਪ ਹੈ ਉਹਦੇ ਵਿੱਚ ਮੈਸੇਜ ਆਉਂਦਾ ਹੈ ਕਿ 3 ਤਰੀਕ ਲਾਸਟ ਡੇਟ ਹੈ ਨੋਮੀਨੇਸ਼ਨ ਭਰਨ ਦੀ, ਤੁਸੀਂ ਨੋਮੀਨੇਸ਼ਨ 3 ਤਰੀਕ ਤੱਕ ਭਰੋ। ਔਰ ਉਹਦੀ ਜਿਹੜੀ ਚਿੱਠੀ ਘਰੇ ਆਉਂਦੀ ਉਹ ਰਾਤੀ 11 12 ਵਜੇ ਤੱਕ ਆਈ। ਸਾਡੇ ਘਰ ਤਾਂ ਚਲੋ ਸੈਕਟਰਸ ਨੇ ਮਿਲ ਗਏ, ਸਾਡੇ ਜਿਹੜੇ ਪਿੰਡਾਂ ਦੇ ਕਾਉਂਸਲਰ ਨੇ, ਜਿਵੇਂ ਸਾਡੀ ਜਸਵਿੰਦਰ ਕੌਰ 1 ਨੰਬਰ ਕਾਉਂਸਲਰ, ਰਾਤੀ 1:30 ਵਜੇ ਉਹਦੇ ਘਰ ਚਿੱਠੀ ਆਈ ਹੈ। ਔਰ ਇਹ ਇਹਨਾਂ ਨੇ ਇੱਕਦਮ ਹੀ ਕਿਉਂ, ਆਫਿਸ ਆਵਰ 5 ਵਜੇ ਖਤਮ ਹੋ ਜਾਂਦੇ, ਉਸ ਤੋਂ ਬਾਅਦ ਹੀ ਕਿਉਂ ਮੈਸੇਜ ਆਏ, ਉਸ ਤੋਂ ਬਾਅਦ ਹੀ ਕਿਉਂ ਚਿੱਠੀਆਂ ਆਈਆਂ, ਸਭ ਸੋਚਣ ਵਾਲੀ ਗੱਲ ਹੈ, ਸਮਝਣ ਵਾਲੀ ਗੱਲ ਹੈ ਵੀ ਕਿੱਥੇ ਇਹਨਾਂ ਨੇ ਇੱਕ ਚੱਕਰ ਵੀ ਘੁਮਾਤਾ ਬੀਜੇਪੀ ਵਾਲਿਆਂ ਨੇ ਮਿਲ ਕੇ ਵੀ ਕਿਵੇਂ ਇਹਨਾਂ ਨੂੰ ਨੋਮੀਨੇਸ਼ਨ ਹੀ ਨਹੀਂ ਭਰਨ ਦੇਣੀ ਆਮ ਆਦਮੀ ਪਾਰਟੀ ਨੂੰ। ਕਿਉਂ? ਸਾਡਾ ਕੇਜਰੀਵਾਲ ਸਾਹਿਬ ਨਾਲ 3 ਤਰੀਕ ਲੰਚ ਸੀਗਾ, ਅਸੀਂ ਸਾਰੇ ਇੱਥੋਂ ਦਿੱਲੀ ਨਿਕਲੇ ਹੋਏ ਸੀ, ਸਾਰੇ ਕਾਉਂਸਲਰਸ। 5:30 ਵਜੇ ਅਸੀਂ ਉੱਥੇ ਪਹੁੰਚਦੇ, 6:30 ਵਜੇ ਅਸੀਂ ਮੈਸੇਜ ਪੜ੍ਹ ਲੈਂਦੇ ਹਾਂ। ਹਾਲੇ ਸਾਡਾ ਸ਼ਾਮ ਦਾ ਟੀ ਪਾਰਟੀ ਸੀਗੀ ਉੱਥੇ ਦੇ ਪਰਿਆਵਰਨ ਮੰਤਰੀ ਨਾਲ ਜਿਹੜੇ ਗੋਪਾਲ ਰਾਏ ਜੀ ਹੈਗੇ, ਉੱਥੇ ਸਾਡੀ ਟੀ ਪਾਰਟੀ ਚੱਲ ਰਹੀ, ਉੱਥੇ ਤਾਂ ਘਮਾਸਾਨ ਪੈ ਗਿਆ ਵੀ ਸਾਨੂੰ ਕੱਲ੍ਹ ਸਵੇਰੇ ਨੋਮੀਨੇਸ਼ਨ ਭਰਨੀ ਹੈ। ਅਸੀਂ ਰਾਤੀ 12:30 ਵਜੇ ਉੱਥੋਂ ਬੱਸ 'ਚ ਵਾਪਸ ਆਏ, ਸਵੇਰੇ 7 ਵਜੇ ਸਾਰੇ ਕਾਉਂਸਲਰਸ ਪਹੁੰਚੇ ਨੇ। ਔਰ ਜਿਹੜੇ ਕਾਂਗਰਸ ਦੇ ਕਾਉਂਸਲਰ ਉਹ ਰਾਜਸਥਾਨ ਗਏ ਸੀ, ਉਹ ਵੈਸੇ ਹੀ ਆਊਟ ਆਫ ਟਾਊਨ ਚੱਲ ਰਹੀ ਸੀ। ਇਹਨਾਂ ਨੇ ਦੇਖੋ ਕਿੰਨਾ ਵੱਡਾ ਚੱਕਰ ਵੀ ਚਲਾਤਾ ਵੀ ਇਹ ਨੋਮੀਨੇਸ਼ਨ ਭਰਨ ਹੀ ਨਹੀਂ ਆ ਸਕਦੇ, ਬਸ ਇਹ ਰਾਤੋਂ ਰਾਤ ਕੱਢ ਦੋ ਨੋਮੀਨੇਸ਼ਨ ਭਰਨੀ ਹੈ। ਸਭ ਤੋਂ ਪਹਿਲਾਂ ਤਾਂ ਉੱਥੇ ਇਹਨਾਂ ਨੇ ਇੱਕ ਚੱਕਰ ਵੀ ਘੁਮਾਇਆ, ਬਟ ਆਮ ਆਦਮੀ ਪਾਰਟੀ ਦੇ ਸਾਰੇ ਯੋਧੇ ਪਹੁੰਚ ਚੁੱਕੇ ਵਾਪਸ, ਨੋਮੀਨੇਸ਼ਨ ਭਰੀ। ਫਿਰ ਦੂਜਾ ਪ੍ਰੀਜ਼ਾਈਡਿੰਗ ਆਫੀਸਰ ਮੇਅਰ ਸਾਹਿਬ ਦੀ ਉਹਨਾਂ ਨੇ ਇੱਕ ਜਿਹੜਾ ਬੈਲਟ ਪੇਪਰ ਹੈਗਾ ਵੈ ਸਾਡੇ ਆਮ ਆਦਮੀ ਪਾਰਟੀ ਦਾ ਰੱਦ ਕਰਤਾ, ਇਹ ਵੋਟ ਨਹੀਂ ਮੰਨੀ ਜਾਏਗੀ। ਆਪਣਾ ਕਿਉਂ ਨਹੀਂ ਕੀਤਾ ਜਿਹੜਾ ਫਟਿਆ ਹੋਇਆ ਸੀ, ਕਿਉਂ ਨਹੀਂ ਕੀਤਾ ਜਿਹੜਾ ਫਟਿਆ ਹੋਇਆ ਸੀ। ਉਸ ਤੋਂ ਬਾਅਦ ਸਾਡਾ ਜਿਹੜਾ ਕਾਊਂਟਿੰਗ ਏਜੰਟ ਉੱਥੇ ਆਰਗੂਮੈਂਟ ਹਲੇ ਕਰ ਹੀ ਰਿਹਾ ਸੀ, ਉਹਨਾਂ ਦੇ ਜਿਹੜਾ ਪ੍ਰੀਜ਼ਾਈਡਿੰਗ ਆਫੀਸਰ ਬਣਿਆ ਸੀ ਮਹੇਸ਼ਿੰਦਰ ਸਿੱਧੂ ਜੀ ਜਿਹੜੇ ਬਣੇ ਸਨ, ਉਹਨਾਂ ਨੇ ਨਾਲ ਦੀ ਨਾਲ ਮਾਈਕ ਫੜਿਆ, ਅਨਾਉਂਸਮੈਂਟ ਕਰਤੀ ਵੀ ਮੇਰੀ ਸਾਈਡ ਤੋਂ ਮੇਅਰ ਬਣ ਚੁੱਕੀ ਹੈ, ਇਹਨਾਂ ਦੇ 13 ਵੋਟਾਂ ਨੇ, ਇਹਨਾਂ ਦੀ 14 ਵੋਟਾਂ। ਸਾਡੀ ਗੱਲ ਨਹੀਂ ਸੁਣੀ, ਉੱਥੇ 1.5 ਘੰਟਾ ਹੰਗਾਮਾ ਚੱਲਿਆ। ਅਸੀਂ ਡੀਸੀ ਸਾਹਿਬ ਕੋਲ ਕੰਪਲੇਂਟ ਕੀਤੀ, ਡੀਸੀ ਸਾਹਿਬ ਨੇ ਉੱਥੇ ਇੱਕ ਜਿਹੜਾ ਲੋ ਲਿਖਿਆ ਹੋਇਆ ਉਹ ਇਹ ਲਿਖਿਆ ਹੋਇਆ ਵੀ ਪ੍ਰੀਜ਼ਾਈਡਿੰਗ ਆਫੀਸਰ ਹੀ ਫੈਸਲਾ ਲੈਂਦਾ, ਉਹਨੇ ਹੀ ਫੈਸਲਾ ਲੈਣਾ, ਅਗਰ ਤੁਹਾਨੂੰ ਉਹਦਾ ਫੈਸਲਾ ਗਲਤ ਲੱਗਦਾ ਕੋਰਟ ਚਲ ਜਾਓ। ਡੀਸੀ ਸਾਹਿਬ ਨੇ ਕਹਿਤਾ ਵੀ ਇਹ ਲੋ ਹੈ ਜੀ, ਤੁਸੀਂ ਇਹਨੂੰ ਦੇਖ ਲਓ, ਮੈਂ ਇਹਦੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦਾ। ਤਾਂ ਇਹ ਤਾਂ ਸੰਜੀ ਥੋੜ੍ਹੇ ਜਿਹੇ ਖੱਟੇ ਮਿੱਠੇ ਸਵਾਲ ਜਿਹੜੇ ਕਿ ਗੋਲ ਗੱਪੇ ਸਟਾਈਲ ਆਪਾਂ ਕਹਿੰਦੇ ਹੈਗੇ ਆ ਕਿ, ਔਰ ਹੁਣ ਅਸੀਂ ਲੈਣ ਜਾ ਰਹੇ ਜੀ ਮਿਰਚੀ ਜੇ ਤਿੱਖੇ ਸਵਾਲ। ਸਰ ਜਿਹੜੇ ਮੈਨੀਫੈਸਟੋਜ਼ ਆਪ ਦੇ ਸੀਗੇ, ਹੁਣ ਇਹ ਹੈ ਕਿ ਮੇਅਰ ਤਾਂ ਆਪ ਦਾ ਨਹੀਂ ਬਣਿਆ ਜੀ, ਉਹ ਮੈਨੀਫੈਸਟੋਜ਼ ਦਾ ਕੀ? ਦੇਖੋ ਅਗਰ ਮੇਅਰ ਆਪਦੇ ਨਹੀਂ ਬਣੇ, ਬਟ ਆਪ ਕੋਲ ਮੈਜੋਰਟੀ ਅੱਜ ਵੀ ਜ਼ਿਆਦਾ ਹੈ। ਵੀ ਹੈਵ 14 ਕਾਉਂਸਲਰਸ ਹਾਊਸ ਦੇ ਵਿੱਚ ਔਰ ਦੇ ਹੈਵ 13 ਇਨਕਲੂਡਿੰਗ ਮੇਅਰ। ਸੋ ਜਿਹੜੇ ਸਾਡੇ ਜਿਹੜੇ ਮੈਨੀਫੈਸਟੋ ਦੇ ਵਿੱਚ ਅਸੀਂ ਵਾਅਦੇ ਕੀਤੇ ਲੋਕਾਂ ਲਈ, ਇਹ ਲੋਕ ਹਿੱਤ ਲਈ ਕੀਤੇ ਹੋਏ ਨੇ। ਔਰ ਕਿਤੇ ਨਾ ਕਿਤੇ ਬੀਜੇਪੀ ਪਾਰਟੀ ਵੀ ਇਹ ਸਮਝੇਗੀ ਸਾਡੀ ਗੱਲ ਜਦੋਂ ਅਸੀਂ ਆਪਣੇ ਏਜੰਡੇ ਰੱਖਾਂਗੇ ਹਾਊਸ ਦੇ ਵਿੱਚ, ਔਰ ਲੋਕ ਹਿੱਤ ਦੇ ਫੈਸਲੇ ਉਹਨਾਂ ਨੂੰ ਵੀ ਲੈਣੇ ਪੈਣੇ ਸਾਡੇ ਨਾਲ। ਸਾਡੇ ਕੋਲ ਮੈਜੋਰਟੀ ਅੱਜ ਵੀ ਹਾਊਸ 'ਚ ਜ਼ਿਆਦਾ ਹੈ। ਅਸੀਂ ਬਹੁਤ ਜਲਦ ਆਪਣੇ ਜਿਹੜੇ ਏਜੰਡੇ ਹੈ, ਜਿੱਦਾਂ ਹੀ ਸਦਨ, ਬਿਕੋਜ਼ ਹਾਲੇ ਕਰੋਨਾ ਕਰਕੇ ਥੋੜ੍ਹੇ ਜਿਹੇ ਲੇਟ ਹੋ ਰਹੇ ਨੇ, ਬਟ ਜਿੱਦਾਂ ਹੀ ਸਾਡੇ ਸਦਨਸ ਲੱਗਣੇ ਸਟਾਰਟ ਹੋ ਜਾਣੇ ਨੇ, ਹਾਊਸ ਦੇ ਵਿੱਚ ਅਸੀਂ ਡੈਫੀਨੇਟਲੀ ਆਪਣੇ ਮੁੱਦੇ ਚੱਕਾਂਗੇ ਔਰ ਇਹਨੂੰ ਮਨਵਾ ਕੇ ਹੀ ਆਵਾਂਗੇ। ਸਰ ਇੱਕ ਮੈਨੀਫੈਸਟੋ ਤੁਹਾਡਾ ਸੀਗਾ ਜੀ, ਜਿਹਦੇ ਵਿੱਚ ਤੁਸੀਂ ਕਮਿਟ ਕੀਤਾ ਹੋਇਆ ਹੈ ਕਿ 20,000 ਲੀਟਰ ਪਾਣੀ ਜਿਹੜਾ ਹੈਗਾ ਉਹ ਫ੍ਰੀ ਦਿੱਤਾ ਜਾਏਗਾ ਜਨਤਾ ਨੂੰ। ਕੀ ਅਸੀਂ ਉਹ ਜਲਦੀ ਐਕਸਪੈਕਟ ਕਰ ਸਕਦੇ ਹਾਂ? ਬਿਲਕੁਲ ਜੀ ਬਿਲਕੁਲ। ਅਸੀਂ ਮੈਂ ਤੁਹਾਨੂੰ ਹੁਣੀ ਦੱਸ ਕੇ ਹਟਿਆ ਵਾਂ, ਸਾਡੀ ਮੈਜੋਰਟੀ ਅੱਜ ਵੀ ਜ਼ਿਆਦਾ ਹੈ। ਅਸੀਂ ਆਪਣੇ ਫੈਸਲੇ ਹਾਊਸ ਦੇ ਵਿੱਚ ਮਨਵਾਵਾਂਗੇ, ਲੈ ਕੇ ਆਵਾਂਗੇ, ਔਰ ਲੋਕ ਹਿੱਤ ਲਈ ਹੈਗੇ ਨੇ, ਉਹਨਾਂ ਨੂੰ ਵੀ ਇਹ ਮੰਨਣੇ ਹੀ ਪੈਣੇ ਆ। ਕੋਈ ਅਸੀਂ ਆਪਣੇ ਪਰਸਨਲ ਫੈਸਲੇ ਤਾਂ ਮਨਵਾਣੇ ਨਹੀਂ ਵੀ ਮੇਰੇ ਘਰ ਪਾਣੀ ਫ੍ਰੀ ਦਿੱਤਾ ਜਾਵੇ, ਅਸੀਂ ਲੋਕਾਂ ਲਈ ਮੰਗਣਾ ਅਤੇ ਬੀਜੇਪੀ ਨੂੰ ਵੀ ਲੋਕ ਹਿੱਤ ਲਈ ਇਹ ਕੰਮ ਕਰਨਾ ਪਏ। ਇੱਕ ਸਰ ਚੰਡੀਗੜ੍ਹ ਦੇ ਜਿਹੜੇ ਇਸ਼ੂਜ਼ ਹੈ ਉਹਦੇ ਵਿੱਚ ਸਾਡੀ ਬੜੀ ਕਾਮਨ ਸਾਨੂੰ ਕਮੈਂਟਸ ਆਉਂਦੇ ਹੈ ਕਿ ਜਿਹੜੀ ਪਾਰਕਿੰਗ ਹੈਗੀ ਹੈ, ਕਮਰਸ਼ੀਅਲ ਪਾਰਕਿੰਗ ਜਿਹੜੀ ਹੈਗੀਆਂ, 2 ਰੁਪਏ ਦੀ ਪਰਚੀ ਤੋਂ ਸ਼ੁਰੂ ਹੋਇਆ ਸੀਗਾ। 2 ਵੀਲਰਸ ਦੇ ਲਈ 2 ਰੁਪਏ ਦੀ ਪਰਚੀ ਸੀਗੀ। ਉਸ ਵੇਲੇ ਪਹਿਲੀ ਵਾਰੀ ਮੈਡਮ ਆਏ ਸੀਗੇ MP ਬਣ ਕੇ, ਅਤੇ 2 ਰੁਪਏ ਦੀ ਪਰਚੀ 2 ਵੀਲਰਸ ਦੀ ਔਰ 5 ਰੁਪਏ ਦੀ ਕਾਰ ਦੀ ਪਰਚੀ ਸੀ।
ਔਰ ਅੱਜ ਦੀ ਰੇਟ ਦੇ ਵਿੱਚ 6 ਰੁਪਏ ਦੀ 2 ਵੀਲਰ ਦੀ ਹੋ ਗਈ ਹੈ ਔਰ 12 ਰੁਪਏ ਦੀ ਹੋ ਗਈ ਹੈ ਜੀ ਤੁਹਾਡੀ 4 ਵੀਲਰ ਦੀ ਪਰਚੀ। ਤੇ ਆਪਣੇ ਮੈਨੀਫੈਸਟੋ 'ਚ ਇਹ ਵੀ ਕਿਤੇ ਨਾ ਕਿਤੇ ਲਿਖਿਆ ਗਿਆ ਸੀਗਾ ਕਿ ਤੁਹਾਡੀ ਜਿਹੜੀ ਪਾਰਕਿੰਗ ਹੈ ਉਹ ਫ੍ਰੀ ਕੀਤੀ ਜਾਏਗੀ, ਔਰ ਕਿਆ ਅਸੀਂ ਉਹ ਵੀ ਐਕਸਪੈਕਟ ਕਰ ਸਕਦੇ ਹਾਂ ਜਲਦੀ? ਬਿਲਕੁਲ ਜੀ ਬਿਲਕੁਲ। ਇੱਦਾਂ ਕੀ ਹੁੰਦਾ ਵੈ, ਇਹ ਪਹਿਲਾਂ ਉਹਨਾਂ ਨੇ ਪਾਰਕਿੰਗ ਕਿਉਂ ਲਗਾਈ ਜਨਤਾ ਉੱਤੇ? ਰੈਵਨਿਊ ਲਈ। ਰੈਵਨਿਊ ਕਿੱਥੇ ਚਲੇ ਜਾਂਦਾ ਹੈ? ਇਹਨਾਂ ਦੇ ਭ੍ਰਸ਼ਟਾਚਾਰੀ 'ਚ ਖਤਮ ਹੋ ਜਾਂਦਾ ਹੈ। ਸਭ ਤੋਂ ਪਹਿਲਾਂ ਅਸੀਂ ਭ੍ਰਸ਼ਟਾਚਾਰਾਂ ਨੂੰ ਰੋਕ ਲਾਉਣੀ ਹੈ। ਜਿਹੜੀ 5 ਰੁਪਏ ਦੀ ਚੀਜ਼ ਆ ਉਹ 5 ਦੀ ਲਿਆਣੀ ਹੈ, ਨਾ ਕਿ ਉਹ 50 ਦੀ ਲਿਆਣੀ ਹੈ। ਸੋ ਉੱਥੇ ਸਾਡੇ ਕਾਰਪੋਰੇਸ਼ਨ ਦਾ ਰੈਵਨਿਊ ਬਚੇਗਾ। ਫਿਰ ਅਸੀਂ ਜਿਹੜਾ ਰੈਵਨਿਊ ਸਾਡਾ ਬਚਣਾ ਸਟਾਰਟ ਹੋ ਜਾਏਗਾ, ਅਸੀਂ ਕਮਿਊਨਿਟੀ ਪਾਰਕਿੰਗਸ ਵੀ ਕਿਉਂਕਿ ਫੈਸਟੀਵਲ ਸੀਜ਼ਨ 'ਚ ਬਹੁਤ ਰਸ਼ ਹੋ ਜਾਂਦਾ ਹੈ, ਸੋ ਉਹਦੇ ਵਿੱਚ ਆਪਾਂ ਕਮਿਊਨਿਟੀ ਪਾਰਕਿੰਗ ਜਿਵੇਂ ਸਕੂਲ ਹੋ ਗਿਆ, ਆਸੇ-ਪਾਸੇ ਸਾਰੇ ਖੁਲਵਾ ਦਿੰਦੇ ਹਾਂ। ਔਰ ਫ੍ਰੀ ਪਾਰਕਿੰਗ ਦਾ ਵੀ ਏਜੰਡਾ ਅਸੀਂ ਹਾਊਸ 'ਚ ਰੱਖਾਂਗੇ ਔਰ ਉੱਥੇ ਵਿੱਚ ਆਪਣਾ ਫੈਸਲਾ ਲੈ ਕੇ ਉਹਨੂੰ ਜਿੱਤ ਕੇ ਜਨਤਾ, ਚੰਡੀਗੜ੍ਹ ਦੀ ਜਨਤਾ ਨੂੰ ਪਾਰਕਿੰਗ ਫ੍ਰੀ ਕਰਕੇ ਦੇਵਾਂਗੇ। ਔਰ ਇੱਕ ਛੋਟਾ ਜਿਹਾ ਤੁਹਾਡਾ ਧਿਆਨ ਆਪਾਂ ਦਿਵਾਉਣਾ ਚਾਹਾਂਗੇ ਸਰ, ਕਿ ਜੇ ਸਪੋਜ਼ ਪੇਡ ਪਾਰਕਿੰਗ ਹੈ, ਇਟ ਸ਼ੁੱਡ ਬੀ ਇਕੁਅਲ ਐਟ ਆਲ ਲੈਵਲ। ਠੀਕ ਹੈ ਜੀ, ਅਗਰ 10 ਰੁਪਏ ਦੀ ਪਰਚੀ ਤੁਸੀਂ ਇੱਕ ਪਾਰਕਿੰਗ 'ਚ ਕੱਟ ਰਹੇ ਹੋ, ਤਾਂ ਇਹ ਲੰਟੇ ਮਾਲ ਦੀ ਜਿਹੜੀ ਪਾਰਕਿੰਗ ਹੈ ਉੱਥੇ ਤੁਸੀਂ ਸ਼ਾਇਦ ਕਿਤੇ ਜਾਓਗੇ ਤਾਂ ਉੱਥੇ ਹਮੇਸ਼ਾ ਸਿੱਧਾ ਹੀ 40 ਰੁਪਏ ਦੀ ਪਰਚੀ ਕੱਟਦੇ ਆ ਉਹ। ਇਹ ਤੁਹਾਡਾ ਥੋੜ੍ਹਾ ਜਿਹਾ ਮੈਂ ਧਿਆਨ ਦਿਵਾਉਣਾ ਚਾਹੂੰਗਾ, ਕਾਈਂਡਲੀ ਇਸ ਇਸ਼ੂ ਨੂੰ ਵੀ ਤੁਸੀਂ ਸੋਲਵ ਕਰ ਸਕੋ ਤਾਂ ਜ਼ਰੂਰ। ਲਾਂਟੇ ਮਾਲ ਕੋਲ ਆਪਣੀ ਪਾਰਕਿੰਗ ਵੀ ਹੈਗੀ ਹੈ ਕਿ ਇਹ ਤੁਸੀਂ ਕਾਰਪੋਰੇਸ਼ਨ ਦੀ ਪਾਰਕਿੰਗ ਦੀ ਗੱਲ ਕਰ ਰਹੇ ਹੋ ਬਾਹਰ? ਡੈਫੀਨੇਟਲੀ ਜੀ, ਇਹ ਵੀ ਇਸ਼ੂ ਆਪਾਂ ਹਾਊਸ 'ਚ ਰੱਖਾਂਗੇ, ਕਿਉਂਕਿ ਦੇਖੋ ਜਨਤਾ ਦੇ ਇਸ਼ੂ ਮੀਡੀਆ ਦੇ ਮਾਧਿਅਮ ਨਾਲ ਹੀ ਸਾਡੇ ਕੋਲ ਆਉਂਦੇ ਨੇ। ਅਤੇ ਮੈਂ ਕਦੀ ਪਹਿਲਾਂ ਨੋਟਿਸ ਹੀ ਨਹੀਂ ਕੀਤਾ, ਕਿਉਂਕਿ ਮੈਂ ਲਾਂਟੇ ਦੀ ਪਾਰਕਿੰਗ 'ਚ ਹੀ ਗੱਡੀ ਲਗਾਉਂਦਾ ਰਿਹਾ ਜਦੋਂ ਵੀ ਗਿਆ ਵਾਂ, ਅਤੇ ਮੈਂ ਕਦੀ ਨੋਟਿਸ ਨਹੀਂ ਕੀਤਾ ਇਸ ਚੀਜ਼ ਨੂੰ। ਡੈਫੀਨੇਟਲੀ ਜੇ ਇੱਦਾਂ ਦਾ ਇਸ਼ੂ ਸਾਡੇ ਕੋਲ ਤੁਹਾਡੇ ਮਾਧਿਅਮ ਨਾਲ ਆਉਂਦੇ ਨੇ, ਅਸੀਂ ਇਹ ਵੀ ਰੱਖਾਂਗੇ ਵੀ ਜੇ ਪਾਰਕਿੰਗ, ਵੈਸੇ ਤਾਂ ਪਾਰਕਿੰਗ ਅਸੀਂ ਫ੍ਰੀ ਕਰਵਾਉਣੀ ਹੈ। ਜੇ ਪਾਰਕਿੰਗ ਫੀਸ ਹੈਗੀ ਆ ਤਾਂ ਇੱਕ ਉਹਦਾ ਨੋਮੀਨਲ ਚਾਰਜ, ਜਿਵੇਂ 2 ਰੁਪਏ ਪਹਿਲਾਂ ਸਟਾਰਟ ਹੋਇਆ ਸੀਗਾ 2 ਵੀਲਰਸ ਦਾ, ਔਰ 5 ਰੁਪਏ, ਕਿਉਂਕਿ ਉਹਦੇ ਉੱਤੇ ਬੜਾ ਸਾਫ਼ ਸਫਾਈ ਦਾ ਖਰਚਾ, ਉਹਦੀ ਮੇਨਟੇਨੈਂਸ ਦਾ ਵੀ ਬੜਾ ਖਰਚਾ ਹੁੰਦਾ। ਸੋ ਅਸੀਂ ਇੱਦਾਂ ਦੇ ਮੁੱਦੇ ਪਾਸ ਕਰਨੇ ਆ ਵੀ ਜਿਹੜਾ ਰੈਵਨਿਊ ਦਾ ਬੋਝ ਤੁਸੀਂ ਜਨਤਾ ਉੱਤੇ ਪਾ ਰਹੇ ਹੋ, ਉਹ ਆਪਣਾ ਭ੍ਰਸ਼ਟਾਚਾਰ ਖਤਮ ਕਰ ਦਿਓ, ਆਪਣੀ ਕਮਿਸ਼ਨਾਂ ਖਤਮ ਕਰ ਦਿਓ, ਇਹ ਜਿਹੜੇ ਠੇਕੇ ਦਿੱਤੇ ਨੇ ਆਪਣੇ ਰਿਸ਼ਤੇਦਾਰਾਂ ਨੂੰ ਇਹ ਬੰਦ ਕਰ ਦਿਓ, ਅਤੇ ਜਨਤਾ ਨੂੰ ਨਾ ਇੰਨਾ ਤੜਪਾਓ, ਜਨਤਾ ਉੱਤੇ ਨਾ ਇੰਨੇ ਖਰਚੇ ਪਾਓ। ਸੋ ਇਹ ਚੀਜ਼ਾਂ ਆਪਾਂ ਹਾਊਸ 'ਚ ਲੈ ਕੇ ਆਉਣੀਆਂ, ਔਰ ਸਾਡੀ ਪਲੈਨਿੰਗਾਂ ਚੱਲ ਰਹੀਆਂ ਨੇ, ਕਾਉਂਸਲਰਸ ਦੀ ਮੀਟਿੰਗ ਚੱਲਦੀ ਹੈ ਵੀ ਅਗਲੀ ਜਦੋਂ ਹਾਊਸ ਦੀ ਮੀਟਿੰਗ ਹੋਣੀ ਅਸੀਂ ਕੀ ਮੁੱਦੇ ਰੱਖਣੇ ਨੇ। ਸੋ ਚੰਡੀਗੜ੍ਹ ਨੇ ਜਨਤਾ ਦੇ ਕੋਲ ਪਹਿਲਾਂ ਵਿਕਲਪ ਨਹੀਂ ਸੀ, ਹੁਣ ਸਾਨੂੰ ਮੌਕਾ ਮਿਲਿਆ ਔਰ ਅਸੀਂ ਚੰਡੀਗੜ੍ਹ ਦੀ ਜਨਤਾ ਲਈ ਬਹੁਤ ਵਧੀਆ ਅਸੀਂ ਕੰਮ ਕਰਾਂਗੇ ਔਰ ਏਜੰਡੇ ਲੈ ਕੇ ਆਵਾਂਗੇ। ਇੱਕ ਲਾਸਟ ਮੁੱਦਾ ਮੈਂ ਡਿਸਕਸ ਕਰਨਾ ਚਾਹਾਂਗਾ ਸਰ, ਜਿਹੜਾ ਕਿ ਡੰਪਿੰਗ ਯਾਰਡ ਬਣਿਆ ਹੋਇਆ ਡੱਡੂ ਮਾਜਰਾ ਦੇ ਵਿੱਚ, ਉਸ ਦੇ ਕਾਰਨ ਲੋਕਾਂ ਨੂੰ ਆਲਰੇਡੀ ਬਹੁਤ ਪਰੇਸ਼ਾਨੀਆਂ ਹੋ ਰਹੀਆਂ, ਬਹੁਤ ਲੋਕੀ ਬਿਮਾਰ ਵੀ ਪੈ ਰਹੇ ਆ, ਔਰ ਉਸ ਦੇ ਬਾਰੇ ਕੀ ਤੁਸੀਂ ਸੋਚਦੇ ਹੋ ਅਤੇ ਕੀ ਸਟੈਪਸ ਜਿਹੜੇ ਹੈਗੇ ਆਮ ਆਦਮੀ ਪਾਰਟੀ ਦੇ ਥਰੂ ਤੁਸੀਂ ਚੱਕਣਾ ਚਾਹੁੰਦੇ ਜੀ? ਦੇਖੋ, ਡੰਪਿੰਗ ਗਰਾਊਂਡ ਉੱਤੇ ਮੈਂ ਪੋਲਿਟਿਕਸ ਨਹੀਂ ਕਰਨਾ ਚਾਹੁੰਦਾ। ਡੰਪਿੰਗ ਗਰਾਊਂਡ ਦਾ ਜਿਹੜਾ ਮੁੱਦਾ ਹੈ ਪੂਰੇ ਚੰਡੀਗੜ੍ਹ ਦਾ ਮੁੱਦਾ ਹੈ, ਨਾ ਇਕੱਲਾ ਆਮ ਆਦਮੀ ਪਾਰਟੀ ਦਾ ਮੁੱਦਾ ਹੈ, ਨਾ ਹੀ ਕਿਸੇ ਵੀ ਪਾਰਟੀ ਦਾ ਮੁੱਦਾ ਹੈ, ਨਾ ਹੀ ਅਸੀਂ ਇੱਥੇ ਪੋਲਿਟਿਕਸ ਕਰੀਏ। ਮੈਂ ਚੰਡੀਗੜ੍ਹ ਦੀ ਜਨਤਾ ਨੂੰ ਮੈਂ ਇੱਕ ਅਪੀਲ ਕਰਨਾ ਚਾਹੁੰਦਾ ਮੀਡੀਆ ਦੇ ਮਾਧਿਅਮ ਰਾਹੀਂ, ਕਿਉਂਕਿ ਚੰਡੀਗੜ੍ਹ ਦੇ ਵਿੱਚ ਗੱਡੀਆਂ ਚੱਲ ਰਹੀਆਂ ਇਸ ਟਾਈਮ ਕੂੜੇ ਦੀਆਂ। ਬਹੁਤ ਵੱਡਾ ਇਸ਼ੂ ਹੈ ਸੈਗਰੀਗੇਸ਼ਨਸ ਦਾ। ਅਗਰ ਅਸੀਂ ਇੱਕ ਇਨਸਾਨ, ਇੱਕ ਜਨਤਾ ਦੇ ਵਿੱਚੋਂ ਆਪਣੇ ਜ਼ਿੰਮੇਵਾਰੀ ਸਮਝ ਲਏ ਵੀ ਅਸੀਂ ਇਹ ਸੈਗਰੀਗੇਸ਼ਨ ਕਰਕੇ ਗੱਡੀ 'ਚ ਭੇਜੀ ਹੈ, ਔਰ ਜਿਹੜੇ ਇਹਨਾਂ ਦੀ ਪਹਿਲਾਂ ਨੀਤੀਆਂ ਸੀ ਜੇਪੀ ਕੰਪਨੀ ਨੂੰ ਗਲਤ ਨੀਤੀਆਂ, ਉਹੀ ਪੈਸੇ ਵਾਲਾ ਭ੍ਰਸ਼ਟਾਚਾਰ ਵਾਲਾ ਕੰਮ ਸੀ, ਬਟ ਹੁਣ ਮੈਨੂੰ ਅਸੀਂ ਆਪਣਾ ਗਵਰਨਰ ਸਾਹਿਬ ਨਾਲ ਹੁਣ ਗੱਲ ਕੀਤੀ ਸੀ ਥੋੜ੍ਹੇ ਦਿਨ ਪਹਿਲਾਂ, ਗਵਰਨਰ ਸਾਹਿਬ ਦਾ ਦੌਰਾ ਵੀ ਸੀ, ਅਸੀਂ ਆਪ ਗਏ ਸੀ ਉੱਥੇ, ਆਮ ਆਦਮੀ ਪਾਰਟੀ ਦੇ ਕਾਉਂਸਲਰਸ ਵੀ ਸੀਗੇ। ਸੋ ਅਸੀਂ ਗਵਰਨਰ ਸਾਹਿਬ ਨੂੰ ਵੀ ਅਸੀਂ ਰਿਕੁਐਸਟ ਕੀਤੀ ਹੈ, ਔਰ ਕਮਿਸ਼ਨਰ ਮੈਡਮ ਨੂੰ ਵੀ ਅਸੀਂ ਉੱਥੇ ਸਾਰਿਆਂ ਨੇ ਰਿਕੁਐਸਟ ਕੀਤੀ ਹੈ। ਉੱਥੇ ਇਹਨਾਂ ਦੇ ਮੇਅਰ ਸਾਹਿਬ ਵੀ ਸੀ, ਸਰਬਜੀਤ ਕੌਰ ਵੀ ਸੀਗੇ, ਤਾਂ ਕਮਿਸ਼ਨਰ ਮੈਡਮ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਮੈਂ ਇਸ 'ਤੇ ਕੋਈ ਪੋਲਿਟਿਕਸ ਨਹੀਂ ਹੋਣ ਦੇਣੀ, ਵਿਦਿਨ 1 ਈਅਰ ਇਹਨੂੰ ਖ਼ਤਮ ਕਰਨਾ ਹੈ ਔਰ ਜਨਤਾ ਦੇ ਸਾਥ ਨਾਲ ਕਰਨਾ ਹੈ। ਔਰ ਬੜੀ ਜਲਦੀ ਅਸੀਂ ਜਨਤਾ ਨੂੰ ਹਾਊਸ ਕੰਪੋਸਟਿੰਗ ਸੈੱਟ ਵੀ ਡਿਸਟ੍ਰੀਬਿਊਟ ਕਰਾਵਾਂਗੇ। ਇੱਕ ਛੋਟਾ ਜਿਹਾ ਟਰਾਇਲ ਬੇਸਿਸ ਹੈ, ਉਹ ਕਮਿਸ਼ਨਰ ਮੈਡਮ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ ਵੀ ਜੇ ਘਰੇ ਹੀ ਖਾਦ ਬਣ ਜੇ, ਉਹ ਇੱਕ ਟਰਾਇਲ ਬੇਸਿਸ 22 ਸੈਕਟਰ ਵਿੱਚ ਹੀ ਸ਼ੁਰੂ ਹੋਏਗਾ। ਮਤਲਬ 200 ਕੰਪੋਸਟਿੰਗ ਸੈੱਟ, ਅਸੀਂ ਇੱਕ ਡਸਟਬਿਨ ਦੀ ਸ਼ੇਪ ਜਿੰਨਾ ਕੰਪੋਸਟਿੰਗ ਸੈੱਟ ਹੈ, ਜਿਹਦੇ ਵਿੱਚ ਗਿੱਲਾ ਕੂੜਾ ਪਾਓ, ਤੁਹਾਡੀ ਖਾਦ ਬਣ ਜਾਂਦੀ ਹੈ, ਔਰ ਉਹ ਖਾਦ ਤੁਸੀਂ ਆਪਣੇ ਪਾਰਕਾਂ 'ਚ ਪਾ ਲਓ ਜਾਂ ਬਾਹਰ ਆਪਣੇ ਜਿਹੜੇ ਸਰਕਾਰੀ ਪਾਰਕ ਹੈ ਉਹ 'ਚ ਗੇਰ ਦਿਓ, ਜੇ ਘਰੇ ਗਮਲੇ 'ਚ ਪਾ ਲਓ। ਸੋ ਇਹ ਇੱਕ ਇਨੀਸ਼ੀਏਟਿਵ ਕਮਿਸ਼ਨਰ ਮੈਡਮ ਵੱਲੋਂ ਲਿੱਤਾ ਗਿਆ ਅਤੇ ਬੜੀ ਜਲਦੀ ਆਪਾਂ ਇਸ ਇਸ਼ੂ 'ਤੇ ਕੰਮ ਕਰ ਰਹੇ ਹਾਂ, ਔਰ ਜੇ ਟਰਾਇਲ ਸਾਡਾ ਪਾਸ ਹੋ ਗਿਆ ਪੂਰੇ ਚੰਡੀਗੜ੍ਹ 'ਚ ਆਪਾਂ ਕੰਪੋਸਟਿੰਗ ਸੈੱਟ ਦੇ ਦਾਂਗੇ, ਔਰ ਮੇਰੇ ਵੀ ਜੇ ਜਨਤਾ ਸਾਥ ਦੇਵੇ ਤਾਂ 6 ਮਹੀਨੇ ਲੱਗਣੇ ਆ, ਇਹ ਖਤਮ ਹੋ ਜਾਏਗਾ। ਇਹ ਸਨ ਜੀ ਸਾਡੇ ਨਾਲ ਦਮਨ ਜੀ, ਜਿਹੜੇ ਕਿ ਯੁਵਾ ਨੇਤਾ ਉੱਭਰ ਕੇ ਆਏ ਨੇ ਜੀ ਚੰਡੀਗੜ੍ਹ ਦੇ ਵਿੱਚ, ਔਰ ਪਹਿਲੀ ਵਾਰੀ ਇਲੈਕਸ਼ਨਸ ਲੜੀਆਂ ਇਹਨਾਂ ਨੇ, ਔਰ ਫਸਟ ਟਾਈਮ ਹੀ
ਆਮ ਆਦਮੀ ਪਾਰਟੀ ਦੇ ਥਰੂ ਇਹ ਲੜੇ ਔਰ ਜਿਹੜੇ ਕਿ ਸਿਟਿੰਗ ਮੇਅਰ ਸੀ ਉਹਨਾਂ ਨੂੰ ਰਵੀ ਕਾਂਜੀ ਸ਼ਰਮਾ ਜੀ ਨੂੰ ਹਰਾ ਕੇ ਆਏ ਨੇ ਔਰ ਅਸੀਂ ਉਮੀਦ ਕਰਦੇ ਹਾਂ ਕਿ ਚੰਡੀਗੜ੍ਹ ਦੇ ਵੈਲਫੇਅਰ ਦੇ ਲਈ ਇਹ ਜਿਹੜੇ ਮੁੱਦੇ ਹੋਣਗੇ ਉਹ ਚੱਕਦੇ ਰਹਿਣਗੇ ਅਤੇ ਉਹਦੇ ਲਈ ਸੋਲਿਊਸ਼ਨਸ ਵੀ ਲੈ ਕੇ ਆਉਣਗੇ ਜੀ। ਅਤੇ ਅਗਰ ਤੁਹਾਨੂੰ ਵੀ ਲੱਗਦਾ ਕਿ ਤੁਸੀਂ ਮੁੱਦਾ ਜਿਹੜਾ ਹੈਗਾ ਕੋਈ ਸਾਡੇ ਚੈਨਲ ਦੇ ਥਰੂ ਡਿਸਕਸ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਵਿੱਚ ਲਿਖ ਕੇ ਜ਼ਰੂਰ ਦੱਸੇਗਾ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਚੰਡੀਗੜ੍ਹੀਅਨਸ ਦੇ ਨਾਲ ਸ਼ੇਅਰ ਜ਼ਰੂਰ ਕਰਨਾ ਜੀ। ਥੈਂਕਸ ਫॉर ਵਾਚਿੰਗ ਚੰਡੀਗੜ੍ਹ ਦੇ ਮੁੰਡੇ। See you soon with another episode of Chandigarh De Munde. Goodbye.